कि ये कोई अचानक गल है कि बाबरी मस्जिद ढा दी गई? कि यह कोई अचानक गल है कि दरबार साहब से हमला करके अकाल तख्त साहब को ढा दिता गया? नहीं, ये हिंदू राष्ट्र के एजेंडे तहत पहले तो ही तय किए हुए कदम ने, जिन्होंने समय समय पर प्रैक्टिकल किया जाता है तो घट गिणतियां खासकर मुसलमान ते सिखां नूं यह एहसास करवाया जाता है कि यह राष्ट्र हिंदुओं का है तो तुसीं इत्थे गुलाम। वाहिगुरू जी का खालसा वाहिगुरू जी की फतेह। गुरप्यारे तो सब खूबी जानते हो कि राम मंदिर ਅਤੇ बाबरी मस्जिद ਨੂੰ ਲੈ ਕੇ जो ਦਹਾਕਿਆਂ तक बवाल ਚੱਲਿਆ ਉਹ ਹੁਣ ਖਤਮ ਹੋ ਗਿਆ ਹੈ। ਰਾਮ ਮੰਦਿਰ ਨੂੰ ਲੈ ਕੇ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਉੱਥੇ ਬੇਸ਼ੱਕ ਜਾਣ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹਰ ਸਿੱਖ ਜਥੇਬੰਦੀ ਦੇ ਪ੍ਰਧਾਨ ਨੂੰ ਮਨਾ ਕੀਤਾ ਸੀ, ਪਰ ਫਿਰ ਵੀ ਇਕਬਾਲ ਸਿੰਘ ਉੱਥੇ ਹਾਜ਼ਰੀ ਭਰਨ ਵਾਸਤੇ ਗਏ। ਇਹ ਅਖੌਤੀ ਬੰਦਾ ਉੱਥੇ ਜਾ ਕੇ ਜੋ ਕੁਝ ਬੋਲ ਕੇ ਆਇਆ ਤੁਸੀਂ ਬਾਖੂਬ ਜਾਣਦੇ ਹੋ। ਪਰ ਆਖਿਰ ਬਾਬਰੀ ਮਸਜਿਦ ਕਿੱਦਾਂ ਢਾਹੀ ਗਈ? ਆਖਿਰ ਰਾਮ ਮੰਦਿਰ ਦਾ ਨਿਰਮਾਣ ਹੁਣ ਕਿੱਦਾਂ ਸ਼ੁਰੂ ਹੋਇਆ? ਆਖਿਰ ਦਰਬਾਰ ਸਾਹਿਬ ਤੇ ਹਮਲਾ ਕਿੱਦਾਂ ਕੀਤਾ ਗਿਆ? ਦਰਬਾਰ ਸਾਹਿਬ ਨੂੰ ਕਿਉਂ ਢਾਹ ਢੇਰੀ ਕੀਤਾ ਗਿਆ? ਇਹ ਕਿਹੜੀਆਂ ਕੋਝੀਆਂ ਚਾਲਾਂ ਦੇ ਤਹਿਤ ਹੋ ਰਿਹਾ ਹੈ, ਦੱਸ ਰਹੇ ਨੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ। ਇਕੱਤਰ ਹੋਏ ਸਾਰੇ ਹੀ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਮੁਸਲਮਾਨ ਭਰਾਵਾਂ ਨੂੰ ਸਲਾਮ ਅਲੈਕਮ। ਮੈਂ ਇੱਥੋਂ ਹੀ ਗੱਲ ਸ਼ੁਰੂ ਕਰਦਾ ਕਿ ਕੋਈ ਵੀ ਧਰਮ ਜੋ ਦੁਨੀਆ 'ਚ ਮੈਂ ਪੜ੍ਹੇ ਨੇ ਉਹ ਆਪਣੇ ਧਾਰਮਿਕ ਅਸਥਾਨ ਦੇ ਵਿੱਚ ਦੂਸਰੇ ਧਰਮ ਦੀ ਗੱਲ ਕਰਨ ਤੋਂ ਝਿਜਕਦੇ ਨੇ। ਤੁਹਾਡੇ ਪੈਗੰਬਰ ਕਿੰਨੇ ਮਹਾਨ ਨੇ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਅਕਾਲ ਪੁਰਖ ਨੂੰ ਜੇ ਇੱਕ ਮੰਨਦੇ ਹੋ ਤਾਂ ਸਾਰੇ ਬੰਦਿਆਂ ਵਿੱਚ ਉਹ ਜਿਹੜਾ ਰੱਬ ਬੈਠਾ ਹੈ ਉਹਦੀ ਆਰਾਧਨਾ ਕਿਸੇ ਵੀ ਤਰੀਕੇ ਕੀਤੀ ਜਾਵੇ ਤੁਹਾਨੂੰ ਮਨਾਹੀ ਨਹੀਂ। ਸਾਡੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਕਈਆਂ ਨੂੰ ਸ਼ਾਇਦ ਮਿਰਚ ਵੀ ਲੱਗਦੀ ਹੋਵੇ ਉਹਨਾਂ ਦੀ ਛੋਟੀ ਬੁੱਧੀ ਕਰਕੇ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜੇ ਅੱਲਾ ਕਹਿ ਰਹੇ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ, ਇਹਦਾ ਮਤਲਬ ਸਾਫ਼ ਤੌਰ 'ਤੇ ਇਹ ਹੈ ਕਿ ਅਸੀਂ ਸਿੱਖ ਹਿੰਦੂ ਮੁਸਲਮਾਨ ਕਿਸੇ ਦੇ ਵਿੱਚ ਭਿੰਨ ਭੇਦ ਨਹੀਂ ਸਮਝਦੇ। ਅੱਜ ਦੀ ਗੱਲ ਜਿਹੜੀ ਬਾਬਰੀ ਮਸਜਿਦ ਨੂੰ ਜਬਰੀ ਢਾਣ ਤੋਂ ਲੈ ਕੇ ਕੱਲ੍ਹ ਜਿਹੜਾ ਉਹਨਾਂ ਦੀ ਭਾਸ਼ਾ ਦੇ ਵਿੱਚ ਸ਼ਿਲਾਨਿਆਸ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਦੇ ਜਿਹੜੇ 27-28 ਸਾਲ ਨੇ, ਇੱਕ ਤਾਂ ਇਹ ਬੜੀ ਇੰਪੋਰਟੈਂਟ ਗੱਲ ਹੈ। ਹੋਊਗਾ ਦੁਨੀਆ ਭਰ ਦਾ ਸਿੱਖ ਮੁਸਲਮਾਨ ਸਾਰੇ ਹੀ ਨਿਆਂ ਪਸੰਦ ਲੋਕ ਇਹਨੂੰ ਦੇਖਣਗੇ ਕਿ ਇਹ ਕੋਈ ਅਚਾਨਕ ਗੱਲ ਹੈ ਕਿ ਬਾਬਰੀ ਮਸਜਿਦ ਢਾ ਦਿੱਤੀ ਗਈ? ਕਿ ਇਹ ਕੋਈ ਅਚਾਨਕ ਗੱਲ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਾ ਦਿੱਤਾ ਗਿਆ? ਨਹੀਂ, ਇਹ ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਪਹਿਲਾਂ ਤੋਂ ਹੀ ਤੈਅ ਕੀਤੇ ਹੋਏ ਕਦਮ ਨੇ, ਜਿन्होंने समय समय पर प्रैक्टिकल किया जाता है तो घट गिणतियां खासकर मुसलमान ते सिखां नूं यह एहसास करवाया जाता है कि यह राष्ट्र हिंदुओं का है तो तुसीं इत्थे गुलाम जां गुलामी स्वीकार कर लो तो या अपनियां जिंदगियां जिहड़ियां ने तुहाडियां ओह खत्म कर दित्तियां जाणगियां। यह एजेंडा है हिंदू राष्ट्र का, जिहड़ा कदे मोहन भागवत बोलता है, कदे मोदी बोलता है, कदे सुदर्शन बोलता है, कदे इंदिरा गांधी किसी होर तरीके बोलती सी, किते राजीव गांधी सानू मारन लई वड्डे पेड़ दियां गिरन दियां गल्लां करदा है। ये इक्को ही गल 1947 तो जे तुसीं एक एक स्टैप लो क्योंकि व्याख्या नहीं की जा सकती, बहुत टाइम लगूगा। बिना किसी कारण सिखां नूं जराइम पेशा कौम कहता गया उस एजेंडे तहत 1950 ਦੇ ਵਿੱਚ संविधान आया। बेशक कई लोग कहते हैं संविधान बड़ा वधिया, मैनू भी कोई उजर नहीं है, पर सिख होने के नाते मेरे सिख कौम के नुमाइंदे ਜਿਹੜੇ उस संविधान की खड़ा कमेटी में सिखां वालों भेजे गए सी, सरदार भुपिंदर सिंह मान, सरदार सिमरनजीत सिंह मान के चाचा जी ते सरदार हुकम सिंह, ये दोनों वकील सी। इन्होंने जो संविधान पढ़िया, बेशक वो अम्बेडकर साहब ने लिखा हो,
ਅੰਬੇਦਕਰ ਸਾਹਿਬ ਦੇ ਬੰਦੇ ਸਾਨੂੰ ਖੁਦ ਕਹਿੰਦੇ ਨੇ ਕਿ ਲਿਖਣ ਦੀ ਸੇਵਾ ਤਾਂ ਅੰਬੇਦਕਰ ਸਾਹਿਬ ਤੋਂ ਇਹ ਲੈ ਲੈਂਦੇ ਸੀ, ਪਰ ਫਾਈਨਲ ਨਹਿਰੂ, ਪਟੇਲ ਤੇ ਮੋਤੀ ਲਾਲ ਨਹਿਰੂ ਇਹ ਕਰਦੇ ਸੀ। ਸੋ ਉਸ ਸੰਵਿਧਾਨ ਦੇ ਵਿੱਚ ਮੇਰੀ ਕੌਮ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਸਿੱਖ ਕੌਮ ਦੀ ਵਿਰਾਸਤ ਦੀ ਤਰਜਮਾਨੀ ਨਹੀਂ ਕਰਦਾ ਤੇ ਉਹਨਾਂ ਨੇ ਉਹਦੇ ਤੇ ਸਿਗਨੇਚਰ ਨਹੀਂ ਕੀਤੇ। ਫਿਰ ਵੀ ਅੱਜ ਗੱਲਾਂ ਕਰਦੇ ਨੇ 84 ਦੀਆਂ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅੱਤਵਾਦੀ ਸੀ। ਮੂੰਹ ਸੜ ਜਾਵੇ ਉਹਦਾ ਜਿਹੜਾ ਸੰਤ ਭਿੰਡਰਾਂਵਾਲਾ ਨੂੰ ਅੱਤਵਾਦੀ ਕਹਿੰਦਾ, ਏਡੇ ਵੱਡੇ ਬੰਦੇ ਨੂੰ। ਪਰ 1955 ਵਿੱਚ ਕਿਹੜਾ ਭਿੰਡਰਾਂਵਾਲਾ ਅੰਦਰ ਸੀ ਜਦੋਂ ਇਸ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਤੇ 200 ਬੰਦਿਆਂ ਨੂੰ ਮਾਰਿਆ ਤੇ ਅੰਦਰ ਪੁਲਿਸ ਵਾੜ ਕੇ ਇਸ ਮਤਸਵੀ ਸਰਕਾਰ ਨੇ ਗੋਪੀ ਚੰਦ ਭਾਰਗਵ ਸੀ ਸ਼ਾਇਦ, ਜਾਂ ਅਸ਼ਵਨੀ ਕੁਮਾਰ IG ਜਲੰਧਰ ਰੇਂਜ ਦਾ, ਉਹਨੇ ਜਾ ਕੇ ਪੁਲਿਸ ਵਾੜੀ। ਉਦੋਂ ਕਿਹੜੇ ਭਿੰਡਰਾਂਵਾਲੇ ਸੰਤ ਉੱਤੇ ਅੰਦਰ ਬੈਠੇ ਸੀ? ਨਹੀਂ, ਮੈਂ ਜਿਹੜੀ ਪਹਿਲਾਂ ਗੱਲ ਕਹੀ ਹੈ, ਇਹ ਸਟੈਪ ਨੇ ਸਾਨੂੰ ਈਨ ਮਨਵਾਉਣ ਦੇ, ਗੁਲਾਮੀ ਮਨਾਉਣ ਦੇ, ਜਿਹੜਾ ਸਿੱਧੇ ਰੂਪ ਵਿੱਚ ਹਿੰਦੂ ਲੀਡਰਾਂ ਨੇ ਸਾਡੇ ਨਾਲ ਅਕਿਰਤਕਣ ਕੀਤਾ। ਨਹਿਰੂ, ਗਾਂਧੀ, ਪਟੇਲ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਕਿ ਉੱਤਰੀ ਭਾਰਤ ਵਿੱਚ ਸਿੱਖਾਂ ਨੂੰ ਇੱਕ ਐਸਾ ਖਿੱਤਾ ਦਿੱਤਾ ਜਾਊਗਾ। 1947 ਤੋਂ ਪਹਿਲਾਂ ਬਾਬਾ ਖੜਕ ਸਿੰਘ ਦੀ ਹਵੇਲੀ 'ਚ ਬੈਠ ਕੇ ਲਾਹੌਰ ਇਹ ਵਾਅਦੇ ਹੋਏ ਨੇ ਕਿ ਸਿੱਖਾਂ ਨੂੰ ਇੱਕ ਅਜਿਹਾ ਖਿੱਤਾ ਦਿੱਤਾ ਜਾਊਗਾ ਜਿਹਦੇ ਵਿੱਚ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਆਹ ਮਾਣ ਰਹੇ ਆ ਸਿੱਖ, ਆਹ ਮਾਣ ਰਹੇ ਆ ਆਜ਼ਾਦੀ। ਇਹ ਅਕਿਰਤਕਣਤਾ ਹੈ। ਤੇ ਗੁਰਬਾਣੀ ਦੇ ਵਿੱਚ ਜਦੋਂ ਭਾਈ ਗੁਰਦਾਸ ਜੀ ਤੋਂ ਅਸੀਂ ਪੁੱਛਦੇ ਹਾਂ ਸਾਨੂੰ ਦੱਸੋ ਤਾਂ ਉਹ ਸਭ ਤੋਂ ਮਾੜੀ ਚੀਜ਼ ਅਕਿਰਤਕਣ ਮੰਨਦੇ ਨੇ ਦੁਨੀਆ ਦੇ ਵਿੱਚ। ਚਲੋ ਅੱਗੇ ਚਲੋ। 1966 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਸੂਬੇ ਜਿਹੜੇ ਨੇ ਉਹ ਭਾਸ਼ਾ ਦੇ ਆਧਾਰ ਤੇ ਬਣੇ ਨੇ, ਪਰ ਪੰਜਾਬ ਨੂੰ ਪੰਜਾਬੀ ਭਾਸ਼ਾ ਦੇ ਉੱਤੇ ਸੂਬਾ ਬਣਾਉਣ ਲਈ ਸਟਰਗਲ ਕਰਨੀ ਪਈ। ਪੰਜਾਬੀ ਸੂਬੇ ਉੱਪਰ ਬੈਨ ਲਗਾਤਾ, ਜਿਵੇਂ ਉਹਨਾਂ ਨੇ ਖਾਲਿਸਤਾਨ ਤੇ ਬੈਨ ਲਾਤਾ ਸੀ, ਉਹ ਵੀ ਅਸੀਂ ਹਟਾਤਾ ਸਿਮਰਜੀਤ ਸਿੰਘ ਮਾਨ ਦੀ ਇੱਕ ਸੋਚ ਸੰਘਰਸ਼ ਦੇ ਤੌਰ ਤੇ। 66 'ਚ ਪੰਜਾਬ ਬਣਿਆ, ਸਾਡੇ ਪੰਜਾਬੀ ਬੋਲਦੇ ਇਲਾਕੇ ਬਾਹਰ ਕਰਤੇ, ਸਾਡੇ ਪਾਣੀਆਂ ਦੇ ਹੈੱਡਵਰਕਸ ਜਿਹੜੇ ਨੇ ਉਹਦਾ ਕੰਟਰੋਲ ਸੈਂਟਰ ਕੋਲ ਭੇਜਦਾ। ਸਾਰਾ ਪਾਣੀ ਪੰਜਾਬ 'ਚ ਹੋ ਕੇ ਜਾਂਦਾ। ਦੁਨੀਆ ਭਰ ਦੇ ਰਿਪੇਰੀਅਨ ਕਾਨੂੰਨ ਨੇ ਸਾਰੇ ਛਿੱਕੇ ਟੰਗਤੇ ਕਿਉਂਕਿ ਅਸੀਂ ਗੁਲਾਮ ਹਾਂ। ਅਗਲਾ ਸਵਾਲ ਸਾਡੇ ਤੇ ਆਉਂਦਾ, ਕੀ ਅਸੀਂ ਗੁਲਾਮੀ ਸਵੀਕਾਰ ਕਰਨੀ ਹੈ ਜਾਂ ਨਹੀਂ ਕਰਨੀ? ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ, ਕੋਈ ਤੁਹਾਡੇ ਤੇ ਜ਼ੋਰ ਕਰਕੇ ਕਹੇ ਕਿ ਤੁਸੀਂ ਗੁਲਾਮ ਹੋ, ਇਹ ਗੱਲ ਬਿਲਕੁਲ ਇੰਪੋਰਟੈਂਟ ਨਹੀਂ ਹੈ। ਇੰਪੋਰਟੈਂਟ ਇਹ ਹੈ ਕਿ ਤੁਸੀਂ ਮਾਨਸਿਕ ਤੌਰ ਤੇ ਗੁਲਾਮੀ ਮਹਿਸੂਸ ਕਰਦੇ ਹੋ ਜਾਂ ਨਹੀਂ, ਕਿ ਸਵੀਕਾਰ ਕਰਦੇ ਹੋ ਜਾਂ ਨਹੀਂ ਕਰਦੇ। ਸਿੱਖ ਕੌਮ ਜਿਹੜੀ ਸਿੱਖ ਸੋਚ ਨਾਲ ਜੀ ਰਹੀ ਹੈ, ਮੁਸਲਿਮ ਕੌਮ ਜਿਹੜੀ ਮੁਸਲਿਮ ਸੋਚ ਨਾਲ ਜੀ ਰਹੀ ਹੈ, ਮੁਹੰਮਦ ਸੋਚ ਨਾਲ ਜੀ ਰਹੀ ਹੈ, ਉਹ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕਰਦੀ। ਅਗਲਾ ਸਟੈਪ, ਦਰਬਾਰ ਸਾਹਿਬ ਤੋਂ ਹਮਲੇ ਤੋਂ ਬਾਅਦ ਕਈ ਲੋਕਾਂ ਨੂੰ ਇਹ ਵਹਿਮ ਹੁੰਦਾ ਕਿ ਕਾਂਗਰਸ ਚੰਗੀ ਹੈ ਜੀ, BJP ਚੰਗੀ ਹੈ ਜੀ। ਨਹੀਂ, ਇਹ ਸਾਰੇ ਹਿੰਦੂ ਏਜੰਡੇ ਦੇ ਗੁਲਾਮ ਨੇ। ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਦਾ ਜਿਹੜਾ ਕੰਮ ਹੋਇਆ ਉਹਦੇ ਵਿੱਚ ਸਭ ਕੁਝ ਪ੍ਰਤੱਖ ਹੋ ਗਿਆ। ਕੀ ਪ੍ਰਤੱਖ ਹੋਇਆ? ਸੈਂਟਰ ਦੇ ਵਿੱਚ ਨਰਸਿਮਹਾ ਰਾਓ ਕਾਂਗਰਸ ਦਾ ਪ੍ਰਧਾਨ ਮੰਤਰੀ, UP ਦੇ ਵਿੱਚ ਕਲਿਆਣ ਸਿੰਘ BJP ਦਾ ਮੁੱਖ ਮੰਤਰੀ, ਦੋਹਾਂ ਨੇ ਆਪਸ ਵਿੱਚ ਰਲ ਕੇ ਉਹਨਾਂ ਕਾਰ ਸੇਵਕਾਂ ਨੂੰ ਆਪਣਾ ਵਾਜਪਾਈ, ਅਡਵਾਨੀ, ਉਮਾ ਭਾਰਤੀ, ਮੁਰਲੀ ਮਨੋਹਰ ਜੋਸ਼ੀ, ਇਹਨਾਂ ਸਾਰਿਆਂ ਨੂੰ ਖੁੱਲ੍ਹ ਦਿੱਤੀ। ਲੱਖਾਂ ਲੋਕ ਮੰਗਾ ਕੇ IB ਨੇ, ਉਦੋਂ ਕੋਈ ਸਾਡੇ ਕਦਮ ਤੇ ਪੁਲਿਸ ਖੜਦੀ ਹੈ ਕਿ ਉਦੋਂ ਕੋਈ ਪੁਲਿਸ ਨਹੀਂ ਸੀ, ਉਦੋਂ IB ਨਹੀਂ ਸੀ ਜਿਹੜੀ ਪ੍ਰਧਾਨ ਮੰਤਰੀ ਨੂੰ ਰਿਪੋਰਟ ਦੇਵੇ ਵੀ ਬੜੇ ਲੋਕ ਇਕੱਠੇ ਹੋ ਗਏ, ਇਹ ਬਾਬਰੀ ਮਸਜਿਦ ਨੂੰ ਢਾਹ ਵੀ ਸਕਦੇ ਨੇ, ਕਿਰਪਾ ਕਰਕੇ ਉੱਥੇ 144 ਲਾਗੂ ਕਰੋ। ਇੱਥੇ ਤਾਂ ਚੱਪੇ ਤੇ 144 ਲਾਗੂ ਹੁੰਦੀ ਹੈ। ਉਦੋਂ 144 ਕਿੱਥੇ ਗਈ ਸੀ ਜਦੋਂ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਢਾਹਣ ਵਾਸਤੇ ਲੱਖਾਂ ਲੋਕ ਇਹਨਾਂ ਲੀਡਰਾਂ ਦੀ ਅਗਵਾਈ ਦੇ ਵਿੱਚ ਇਕੱਠੇ ਹੋਏ ਸੀ। ਕਿੱਥੇ ਗਿਆ ਉਹ ਪਖੰਡੀ ਕੇਸ ਜਿਹਨੇ ਅਡਵਾਨੀ ਤੇ ਵਾਜਪਾਈ ਨੂੰ ਦੋਸ਼ੀ ਠਹਿਰਾਇਆ ਸੀ? ਇਹਨਾਂ ਨੂੰ ਸਜ਼ਾ ਤਾਂ ਹੋਈ ਨਹੀਂ। ਇਹਦਾ ਮਤਲਬ ਮਨਸੂਬਾ ਕਾਂਗਰਸ ਤੇ BJP ਦਾ ਇਕੱਠੇ ਸੀ। ਉਹਦੇ ਵਿੱਚ ਹੀ ਆਪਣਾ ਆਪ ਜਾਊਗੀ, ਉਹਦੇ ਵਿੱਚ ਹੀ ਕਾਮਰੇਡ ਜਾਣਗੇ, ਕਿਉਂਕਿ ਕੋਈ ਵੀ ਬੰਦਾ ਜਿਹੜਾ ਹੈ ਇਸ ਤਸ਼ੱਦਦ ਦੇ ਖਿਲਾਫ ਬੋਲਦਾ ਨਹੀਂ। 27 ਸਾਲ ਬੀਤੇ ਇਸ ਕੇਸ ਦੇ ਚਲਦਿਆਂ, ਮੀਡੀਆ ਨੇ ਅੱਡ ਸਮਿਆਂ ਤੇ ਉਹਨੂੰ ਕਵਰ ਕੀਤਾ। ਇੱਥੇ ਸਾਰੇ ਬੈਠੇ ਤੇ ਸੁਣਦੇ ਸਾਰੇ ਮੇਰੇ ਭਰਾਵੋ, ਮੇਰੀਆਂ ਭੈਣੋ, ਕਿਸੇ ਇੱਕ ਮੀਡੀਆ ਦੇ ਅਖਬਾਰ ਨੇ, TV ਨੇ ਇਹ ਰਿਪੋਰਟ ਨਹੀਂ ਦਿੱਤੀ 27 ਸਾਲ ਕਿ ਇੱਥੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਗਏ ਸੀ, ਪਰ ਜਦੋਂ ਜੱਜਮੈਂਟ ਕਰਵਾਈ ਬਾਬਰੀ ਮਸਜਿਦ ਦੇ ਉਲਟ ਤੇ ਰਾਮ ਮੰਦਿਰ ਦੇ ਹੱਕ 'ਚ ਸੁਪਰੀਮ ਕੋਰਟ ਤੋਂ, ਗੋਗੋਈ ਨੂੰ ਮਿਸਲੀਡ ਕਰਕੇ ਇੱਕ ਬੀਬੀ ਨੂੰ ਉਹਦੇ ਘਰੇ ਵਾੜ ਕੇ ਇੱਕ ਕੇਸ ਬਣਾ ਕੇ ਡਰਾ ਕੇ ਤੇ ਫਿਰ ਉਹਨੂੰ ਰਾਜ ਸਭਾ ਦਾ ਮੈਂਬਰ ਦੀ ਲਾਲਚ ਦੇ ਕੇ ਇਹ ਫੈਸਲਾ ਕਰਵਾਇਆ ਗਿਆ।
ਉਹਦੇ ਵਿੱਚ ਜੱਜਮੈਂਟ 'ਚ ਲਿਖਿਆ ਗਿਆ ਕਿਉਂਕਿ ਇਹ ਇੱਕ ਹਿੰਦੂ ਮੰਦਿਰ ਹੈ ਤੇ ਸਾਰੇ ਹਿੰਦੂ ਧਾਰਮਿਕ ਲੀਡਰ ਗੁਰੂ ਨਾਨਕ ਸਾਹਿਬ ਜਿਹੜਾ ਕਿ ਹਿੰਦੂਆਂ ਦਾ ਇੱਕ ਕਲਟ ਹੈ, ਇਹ ਲਫ਼ਜ਼ ਲਿਖਿਆ ਗਿਆ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ। ਸਿੱਖੋ ਤੇ ਮੁਸਲਮਾਨੋ ਇਸ ਸਕੀਮ ਨੂੰ ਪਹਿਚਾਣੋ। 1870 ਚ ਦਇਆਨੰਦ ਸਰਸਵਤੀ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ। 1950 ਦੇ ਵਿੱਚ ਇਸ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ ਤੇ ਜੱਜਮੈਂਟ ਸੁਪਰੀਮ ਕੋਰਟ ਦੀ ਕਹਿੰਦੀ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ। ਇਹ ਸਾਰੇ ਵਿਚਾਰਵਾਨ ਸੋਚੋ, ਅਸੀਂ ਕਿਉਂ ਪ੍ਰੋਟੈਸਟ ਕਰ ਰਹੇ ਹਾਂ? ਇਹ ਉਮਤ ਜਿਹੜੀ ਸਿੱਖ ਉਮਤ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਿੱਖਿਆ ਲੈਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜਨੇਊ ਦੀ ਰੱਖਿਆ ਕੀਤੀ, ਭਾਵੇਂ ਕਿ ਜਨੇਊ ਸਾਡੇ ਧਰਮ ਦੇ ਵਿੱਚ ਪ੍ਰਵਾਨਿਤ ਨਹੀਂ ਹੈ। ਉਸ ਵਕਤ ਦੀ ਜਾਬਰ ਹਕੂਮਤ ਜ਼ਬਰਦਸਤੀ ਜਨੇਊ ਲਾ ਰਹੀ ਸੀ। ਸਾਡੇ ਗੁਰੂ ਨੇ ਆਵਾਜ਼ ਉਠਾਈ, ਅਸੀਂ ਉਹਦੀ ਉਮਤ ਹਾਂ, ਅਸੀਂ ਆਵਾਜ਼ ਉਠਾਵਾਂਗੇ ਜ਼ੁਲਮ ਦੇ ਖਿਲਾਫ। ਇਸ ਆਵਾਜ਼ ਉਠਾਉਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਧਰਮ ਤੋਂ ਦੂਜੇ ਧਰਮ ਦੀ ਰੱਖਿਆ ਕਰਨ ਲਈ ਸ਼ਹਾਦਤ ਦੇਣੀ ਪਈ। ਦੁਨੀਆ ਵਿੱਚ ਇਹੋ ਜਿਹੀ ਕੋਈ ਉਦਾਹਰਨ ਨਹੀਂ ਹੈ ਕਿ ਦੂਜੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣੀ ਪਈ ਹੋਵੇ। ਕਿਉਂ? ਕਿਉਂਕਿ ਉਹ ਜ਼ਬਰਦਸਤੀ ਕਰ ਰਹੇ ਸੀ। ਉਸ ਵਕਤ ਦੀ ਜ਼ਾਲਮ ਹਕੂਮਤ ਕਰ ਸੀ, ਕਿਉਂਕਿ ਉਹ ਮੁਸਲਮਾਨਾਂ ਦੇ ਅਸੂਲ ਨੂੰ ਜਾਣਦਾ ਨਹੀਂ ਸੀ ਉਹ ਹਾਕਮ। ਇਹ ਜਿਹੜੀ ਹਕੂਮਤ ਹੈ, ਹਿੰਦੂ ਤਵੀ ਹਕੂਮਤ, ਇਹ ਵੀ ਜ਼ੁਲਮ ਕਰ ਰਹੀ ਹੈ। ਇਸ ਲਈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਧੱਕੇ ਦੇ ਖਿਲਾਫ ਆਵਾਜ਼ ਉਠਾਈਏ ਜਿੰਨੀ ਅਸੀਂ ਉਠਾ ਸਕਦੇ ਹਾਂ। ਇਹ ਨਹੀਂ ਕਿ ਅੱਜ ਅਸੀਂ ਪ੍ਰੋਟੈਸਟ ਕਰਕੇ, ਇਹ ਸਾਡੀ ਸ਼ੁਰੂਆਤ ਹੈ, ਅਸੀਂ ਪ੍ਰੋਟੈਸਟ ਕਰਨਾ ਸੀ। ਉਸ ਤੋਂ ਅੱਗੇ ਇਹ ਕਹਿੰਦੇ ਜਿੱਥੇ ਰਾਮ ਮੰਦਿਰ ਹੁਣ ਬਣਾ ਰਹੇ ਨੇ ਉੱਥੇ ਗਏ ਸੀ। ਗੁਰੂ ਨਾਨਕ ਸਾਹਿਬ ਤਾਂ ਉੜੀਸਾ ਵੀ ਗਏ ਸੀ, ਉੱਥੇ ਆਰਤੀ ਉਚਾਰੀ ਸੀ। ਉੱਥੇ ਦਾ ਗੁਰੂ ਨਾਨਕ ਸਾਹਿਬ ਦਾ ਮੰਗੂ ਮੱਠ ਢਾਤਾ। ਝੂਠ ਬੋਲਦੇ ਨੇ ਹਿੰਦੂ ਸ਼ਾਸਕ। ਜੇ ਗੁਰੂ ਨਾਨਕ ਸਾਹਿਬ ਕਰਕੇ ਇਹ ਮੰਦਿਰ ਦੀ ਗੱਲ ਕਰਦੇ ਨੇ, ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਦੇ ਮੰਦਿਰ ਵਿੱਚ ਵੀ ਗਏ ਸੀ ਤੇ ਉੱਥੇ ਆਰਤੀ ਉਚਾਰੀ ਸੀ। ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਮੰਗੂ ਮੱਠ ਫਿਰ ਕਿਉਂ ਢਾ ਦਿੱਤਾ ਗਿਆ? ਹਰਿਦੁਆਰ ਗੁਰੂ ਨਾਨਕ ਸਾਹਿਬ ਗਏ ਸੀ, ਉੱਥੇ ਬਣਿਆ ਹੋਇਆ ਗੁਰਦੁਆਰਾ ਗਿਆਨ ਗੋਦੜੀ ਫਿਰ ਕਿਉਂ ਢਾ ਦਿੱਤਾ? ਤਾਬੜੀ ਸਾਹਿਬ ਗੁਰਦੁਆਰਾ ਕਿਉਂ ਢਾ ਦਿੱਤਾ? ਗੱਲਾਂ ਕਰਦੇ ਨੇ ਪਾਕਿਸਤਾਨ ਦੀਆਂ। ਮੈਂ ਤਾਂ ਸ਼ਰੇਆਮ ਕਹਿੰਦਾ ਪਾਕਿਸਤਾਨ ਜਿੰਦਾਬਾਦ। ਜਿਹਨੇ ਕਰਤਾਰਪੁਰ ਦਾ ਲਾਂਘਾ ਖੋਲਿਆ, ਇਹਨਾਂ ਨੇ ਤਾਂ ਉਹਦਾ ਰਿਸਪੌਂਸ ਨਹੀਂ ਦਿੱਤਾ। ਮੈਂ ਮੀਡੀਆ ਤੇ ਕਹਿੰਦਾ ਪਾਕਿਸਤਾਨ ਜਿੰਦਾਬਾਦ ਹੈ, ਜਿੰਦਾਬਾਦ ਰਹੂਗਾ, ਕਿਉਂਕਿ ਗੁਰੂ ਨਾਨਕ ਦਾ ਨਨਕਾਣਾ ਉੱਥੇ ਆ, ਸਾਡਾ ਕਰਤਾਰਪੁਰ ਉੱਥੇ। ਉਹਨਾਂ ਨੇ ਸਾਡੇ ਨਾਲ ਮਿੱਤਰਤਾ ਅਪਣਾਈ ਹੈ। 2 ਮਿੰਟ ਕਿ ਗੁਰੂ ਨਾਨਕ ਦੇ ਜਾਣ ਕਰਕੇ ਰਾਮ ਮੰਦਿਰ ਬਣਾ ਰਿਹਾ। ਅਸੀਂ ਹਿੰਦੂ ਨਹੀਂ ਹਾਂ, ਅਸੀਂ ਇੱਕ ਅਡਰੀ ਕੌਮ ਆ। ਹਿੰਦੂ ਆਪਣਾ ਆਨੰਦ ਮਾਣਨ, ਮੁਸਲਮਾਨ ਆਪਣਾ ਆਨੰਦ ਮਾਣਨ, ਅਸੀਂ ਆਪਣਾ ਆਨੰਦ ਮਾਣੀਏ, ਜੈਨੀ ਬੋਧੀ ਕ੍ਰਿਸਚਨ ਆਪਣਾ ਆਨੰਦ ਮਾਣਨ। ਸਾਡਾ ਇਹ ਵਿਚਾਰ ਹੈ, ਕਿਉਂਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਲਾਸਟ ਗੱਲ ਮੈਂ ਆਪਣੀ ਕਹਿਣਾ, ਸਿਮਰਨਜੀਤ ਸਿੰਘ ਮਾਨ। ਸਿਮਰਨਜੀਤ ਸਿੰਘ ਮਾਨ ਇੱਕ ਸਿੱਖ ਲੀਡਰ ਹੈ, ਇੱਕ ਸਿੱਖ ਲੀਡਰ ਜਿਹੜਾ ਬਾਬਰੀ ਮਸਜਿਦ ਦੇ ਢਹਿਣ ਤੇ 1992 ਚ ਜਸਕਰਨ ਸਿੰਘ ਕਸ਼ਮੀਰੀ ਸਾਹਿਬ ਬੈਠੇ ਨੇ, ਹੋਰ ਵੀ ਸਾਡੇ, ਮੈਂ ਨਹੀਂ ਸੀ ਗਿਆ ਉਸ ਦਿਨ, ਬਟਲਾ ਸਾਹਿਬ ਸਾਰੇ ਬੈਠੇ ਨੇ, ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਗਏ। ਸਵਰਨ ਸਿੰਘ ਜੀ ਬੈਠੇ ਨੇ, ਉਹਨਾਂ ਨੇ ਗ੍ਰਿਫਤਾਰੀ ਦਿੱਤੀ। ਅਸੀਂ ਅੱਜ ਨਹੀਂ ਪ੍ਰੋਟੈਸਟ ਕਰ ਰਹੇ, ਅਸੀਂ 28 ਸਾਲ ਪਹਿਲਾਂ ਵੀ ਪ੍ਰੋਟੈਸਟ ਕੀਤਾ ਹੈ ਕਿ ਅਸੀਂ ਇਸ ਕਾਰਵਾਈ ਦੇ ਸਖਤ ਖਿਲਾਫ ਹਾਂ। ਜਸਕਰਨ ਸਿੰਘ ਜੀ ਨੇ ਵੀ ਕੁਝ ਬੋਲਣਾ, ਕਾਫੀ ਕੁਝ ਪੁਆਇੰਟ ਰਹਿ ਗਏ ਨੇ। ਮੈਂ ਇਹ ਗੱਲ ਕਹਾਂਗਾ ਕਿ ਇਹ ਹਿੰਦੂ ਸ਼ਾਸਕ ਬਹੁਤ ਹੰਕਾਰੀ ਹੋ ਗਿਆ। ਇਸ ਦੇ ਹੰਕਾਰ ਨੇ ਟਿੱਚ ਜਾਣਿਆ ਮੁਸਲਿਮ ਭਾਈਚਾਰੇ ਨੂੰ ਤੇ ਸਿੱਖ ਭਾਈਚਾਰੇ ਨੂੰ, ਜੋ ਮੈਂ ਗੱਲਾਂ ਕੀਤੀਆਂ ਨੇ। ਆ 5 ਤਰੀਕ ਦਾ ਫੈਸਲਾ 6 ਤਰੀਕ ਵੀ ਹੋ ਸਕਦਾ ਸੀ, 4 ਤਰੀਕ ਵੀ ਹੋ ਸਕਦਾ ਸੀ। 5 ਤਰੀਕ ਕਿਉਂ ਕੀਤਾ ਗਿਆ ਕਿ 1 ਸਾਲ ਪਹਿਲਾਂ 5 ਅਗਸਤ ਨੂੰ ਕਸ਼ਮੀਰ ਦੇ ਵਿੱਚ ਮਨੁੱਖੀ ਹੱਕਾਂ ਨੂੰ ਖਤਮ ਕਰਕੇ ਕਸ਼ਮੀਰ ਤੋੜਤਾ। ਉਹ ਵੀ ਮੁਸਲਿਮ ਬਹੁ ਗਿਣਤੀ ਵਾਲਾ ਸੂਬਾ ਸੀ, ਇਹ ਵੀ ਮੁਸਲਮਾਨਾਂ ਦੇ ਖਿਲਾਫ ਜਾਂਦੀ ਸੀ। ਉਹਨਾਂ ਨੇ ਉਹੀ ਤਰੀਕ ਰੱਖੀ ਆ। ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਵਚਨ ਕਰਦੇ ਆ ਕਿ ਮਨੁੱਖੀ ਅਧਿਕਾਰਾਂ ਦੇ ਚੈਪਟਰ ਦੇ ਵਿੱਚ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਨਾ ਚੁੱਪ ਕਰਕੇ ਬੈਠੇ ਆ, ਨਾ ਬੈਠਾਂਗੇ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੇ ਬਹੁਤ ਡਿਟੇਲ ਨਾਲ ਇਤਿਹਾਸਕ ਵੇਰਵੇ ਦਿੰਦੇ ਹੋਏ ਦੋਨੇ ਕੌਮਾਂ ਦੇ ਇਹਨਾਂ ਦੇ ਵੀ ਇਤਿਹਾਸਕ ਵੇਰਵੇ ਦਿੰਦੇ ਹੋਏ ਇਹ ਕੀ ਕੁਛ ਕਰਦੇ ਰਹੇ ਆ, ਸਾਰਾ ਕੁਛ ਤਾਂ ਜੋ ਕੁਛ ਇਹ ਕਰ ਰਹੇ ਨੇ, ਜੇ ਆਪਣੇ ਜਿੰਨੇ ਵੀ ਆਪਾਂ ਰੰਗਰੇਟੇ ਮੁਸਲਿਮ ਸਿੱਖ ਈਸਾਈ ਸਾਰੀਆਂ ਕੌਮਾਂ ਜਦੋਂ ਤੱਕ ਇੱਕ ਰੂਪ ਹੋ ਕੇ ਇਹਨਾਂ ਨੂੰ ਇੱਕ ਤਕੜੀ ਬਾਹਰ ਨਹੀਂ ਦਿੰਦੀਆਂ ਉਹਨਾਂ ਚਿਰ ਆਪਣੀ ਕਾਮਯਾਬੀ ਹੋਣੀ ਮੁਸ਼ਕਲ ਹੈ। ਅੱਜ ਦਾ ਜਿਹੜਾ ਸੰਦੇਸ਼ ਹੈ ਉਹ ਇਹੀ ਹੈ, ਆਪਾਂ 70% 80% ਆਪਾਂ ਇੰਡੀਆ ਵਿੱਚ ਸਾਰੀਆਂ ਚਾਰੇ ਪੰਜੇ ਕੌਮਾਂ ਸਾਰੇ ਰੰਗਰੇਟੇ ਵੀਰ ਆਪਣੇ ਨਾਲ ਜੁਲਮ ਸਾਰਿਆਂ ਨਾਲ ਹੋ ਰਹੇ ਹਨ। ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਆਪਣੇ ਦਲੀਲ ਨਾਲ ਜਮਹੂਰੀਅਤ ਤਰੀਕੇ ਅਮਨ ਤਰੀਕੇ ਸ਼ੁਰੂ ਤੇ ਅਮਨਮਈ ਤਰੀਕੇ ਜਮਹੂਰੀਅਤ ਤਰੀਕੇ ਪੂਰੀ ਦਲੀਲ ਨਾਲ ਗੱਲ ਕਰਦੇ ਸਾਨੂੰ ਜਵਾਬ ਨਹੀਂ ਦੇ ਸਕਦੇ। ਮਾਨ ਸਾਹਿਬ ਦੇ ਜਿੰਨੇ ਵੀ ਬਿਆਨ ਤੁਸੀਂ ਪੜ੍ਹਦੇ ਹੋ, ਉਹਨਾਂ ਦੇ ਫੇਸਬੁੱਕਾਂ 'ਤੇ ਪੜ੍ਹਦੇ ਹੋ, ਅਖਬਾਰਾਂ 'ਚ ਪੜ੍ਹਦੇ ਹੋ, ਕੋਈ ਦਲੀਲ ਤੋਂ ਬਗੈਰ ਉਹਨਾਂ ਦਾ ਬਿਆਨ ਹੁੰਦਾ ਹੋਵੇ, ਕੋਈ ਵੀ ਜਿਹੜਾ ਦਾਰਸ਼ਨਿਕ ਹੈ, ਹਿੰਦੂ ਹੈ, ਕੋਈ ਹੋਰ ਹੈ ਜਾਂ ਇਹਨਾਂ ਦੇ ਹੁਕਮਰਾਨਾਂ ਦੇ ਉਹ ਸਾਡੇ ਨਾਲ ਵਿਚਾਰ ਕਰ ਸਕਦਾ, ਮਾਨ ਸਾਹਿਬ ਨਾਲ ਵਿਚਾਰ ਕਰ ਸਕਦਾ ਹੈ। ਉਹਨਾਂ ਕੋਲ ਜਵਾਬ ਹੀ ਨਹੀਂ ਹੁੰਦਾ ਕਿਉਂਕਿ ਮਾਨ ਸਾਹਿਬ ਦਲੀਲ ਨਾਲ ਗੱਲ ਕਰਦੇ ਨੇ। ਦਲੀਲ ਦੀ ਜਿੱਤ ਹੁੰਦੀ ਹੈ, ਏਕੇ ਦੀ ਜਿੱਤ ਹੁੰਦੀ ਹੈ, ਇੱਕ ਆਪਾਂ ਨੇ ਕਰਨਾ ਹੈ। ਸਾਰੇ ਜਿੰਨੇ ਵੀ ਇੱਥੇ ਮੁਸਲਿਮ ਵੀਰ ਬੈਠੇ ਨੇ, ਸਾਰੇ ਸਿੱਖ ਬੈਠੇ ਨੇ, ਹੋਰ ਵੀ ਜਿਹੜੇ ਸੁਣਦੇ ਨੇ, ਦੂਜੇ ਆਪਣੇ ਰੰਗਰੇਟੇ ਵੀਰ ਬੈਠੇ ਨੇ, ਸਾਰਿਆਂ ਨੂੰ ਆਪਾਂ ਬੇਨਤੀ ਹੈ ਅੱਜ ਦੇ ਪਾਰਟੀ ਵੱਲੋਂ ਸਾਰੀ ਕੌਮ ਵੱਲੋਂ ਵੀ ਆਪਾਂ ਸਾਰੇ ਜਿੱਥੇ ਵੀ ਵਿਚਰਦੇ ਹਾਂ ਉੱਥੇ ਮੈਸੇਜ ਦਈਏ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਜਿਹੜੇ ਹੁਕਮਰਾਨਾਂ ਇਹਨਾਂ ਦੀਆਂ ਜਿਹੜੀਆਂ ਚਾਲਾਂ ਹੈ ਇਹਨਾਂ ਦੀ ਸ਼ਾਸਨ ਉਹਨਾਂ ਦਾ ਜਵਾਬ ਦਈਏ, ਤਾਂ ਹੀ ਆਪਾਂ ਇਹ ਆਪਣੀ ਮੰਜ਼ਿਲ 'ਤੇ ਪਹੁੰਚ ਸਕਾਂਗੇ। ਮੈਂ ਇਹਨਾਂ ਜਸਕਰਨ ਸਿੰਘ ਨੂੰ ਬੁਲਾਉਣ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਜਿਹੜਾ ਅੱਜ ਪ੍ਰੋਗਰਾਮ ਹੋਇਆ ਹੈ ਇਸੇ ਭਾਵਨਾ ਨੂੰ ਲੈ ਕੇ, ਇਸੇ ਮਕਸਦ ਨੂੰ ਲੈ ਕੇ 4 ਜ਼ਿਲ੍ਹਿਆਂ ਵਿੱਚ ਅਸੀਂ ਪ੍ਰੋਗਰਾਮ ਕੱਲ੍ਹ ਦਾ ਰੱਖਿਆ। ਉਹ ਪਟਿਆਲਾ ਜ਼ਿਲ੍ਹਾ, ਮਲੇਰਕੋਟਲਾ ਕਿਉਂਕਿ ਉੱਥੇ ਸਾਡੇ ਮੁਸਲਿਮ ਵੀਰ ਨੇ ਬਹੁਤ ਵੱਡੀ ਗਿਣਤੀ 'ਚ, ਲੁਧਿਆਣਾ ਚੀਮਾ ਸਾਹਿਬ ਕਰਨਗੇ, ਤੇ ਅੰਮ੍ਰਿਤਸਰ ਦਰ ਖਾਲਸਾ ਤੇ ਸਾਡੀ ਪਾਰਟੀ ਤੇ ਯੂਨਾਈਟਿਡ ਅਕਾਲੀ ਦਲ ਸਾਰੇ ਸਾਂਝੇ ਤੌਰ 'ਤੇ 4 ਤੋਂ ਕੱਲ੍ਹ ਫਿਰ ਇਹ ਆਪਣੇ ਤੌਰ 'ਤੇ ਇਹਨਾਂ ਨੇ ਕਰਨਾ ਹੈ। ਪ੍ਰੋਫੈਸਰ ਸਾਹਿਬ ਨੂੰ ਪਟਿਆਲੇ ਵਿਖੇ ਬੇਨਤੀ ਆ ਵੀ ਉਹ ਆਪਣਾ ਉੱਥੇ ਪ੍ਰਬੰਧ ਕਰਨ। ਚਲੋ ਜਿਵੇਂ ਤੁਸੀਂ ਠੀਕ ਸਮਝੋ ਕਰ ਲਓ। ਮਲੇਰਕੋਟਲੇ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ, ਮਾਸਟਰ ਜੀ ਬੈਠੇ ਨੇ, ਜੇ ਉੱਥੇ ਕੱਲ੍ਹ ਸਾਰਾ ਇੰਤਜ਼ਾਮ ਕਰਕੇ ਕਰਾ ਲੈਣ। ਲੁਧਿਆਣਾ ਚੀਮਾ ਸਾਹਿਬ ਦੀ ਡਿਊਟੀ ਲਾਤੀ ਹੈ, ਅੰਮ੍ਰਿਤਸਰ ਵਾਲੇ ਦਲ ਖਾਲਸਾ ਜੀ ਦੇ ਤੇ ਉਹ ਸਾਰੇ ਜ਼ਿੰਮੇਵਾਰੀ ਲਈ ਹੈ। ਇਹ 4 ਪ੍ਰੋਗਰਾਮ ਜੇ ਕੱਲ੍ਹ ਨੂੰ ਹੋ ਜਾਣ ਤਾਂ ਬਹੁਤ ਵਧੀਆ। ਉਸ ਤੋਂ ਅਗੇਰਾ ਜਿਹੜਾ ਪ੍ਰੋਗਰਾਮ ਹੈ ਉਹ 10 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਰੈਜ਼ੀਡੈਂਸ ਮੋਤੀ ਮਹਿਲ ਪਟਿਆਲਾ ਵਿਖੇ ਜੋ ਆਪਣੀ ਬਰਗਾੜੀ ਕਮੇਟੀ ਬਣਾਈ ਹੈ ਜਿਹੜੀ ਅਗਲੀ ਕਾਰਵਾਈ ਕਰਨ ਵਾਸਤੇ, ਉਹਦੀ ਅਗਵਾਈ ਦੇ ਵਿੱਚ ਆਪਾਂ ਸਾਰਿਆਂ ਨੇ ਮੋਤੀ ਮਹਿਲ ਜਾ ਕੇ ਮੈਮੋਰੈਂਡਮ ਦੇਣਾ ਹੈ, ਰਿਮਾਈਂਡਰ ਦੇਣਾ, ਕਿਉਂਕਿ ਸਾਡੇ ਬਰਗਾੜੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੱਖਾਂ ਦੇ ਸਿੱਖ ਕੌਮ ਦੇ ਇਕੱਠ ਵਿੱਚ ਵਚਨ ਕਰਕੇ ਆਏ ਸੀ। ਪੰਜਾਬ ਸਰਕਾਰ ਉਹਨਾਂ ਦੇ ਨੁਮਾਇੰਦੇ ਉਹਨਾਂ ਨੇ ਕੋਈ ਪੂਰ ਨਹੀਂ ਕੀਤੀ, ਉਹ ਸਾਡਾ ਗੁੰਮਰਾਹ ਕਰਕੇ ਆਏ ਨੇ। ਅਜੇ ਤੱਕ ਕੋਈ ਜਿਹੜੀਆਂ 3 ਰਿਮਾਂਡਾਂ ਸਾਡੀਆਂ ਤਿੰਨਾਂ ਵਿੱਚੋਂ ਕੋਈ ਵੀ ਇਹਨਾਂ ਨੇ ਪੂਰਨ ਨਹੀਂ ਕੀਤੀ। ਉਹਨੂੰ ਦੁਬਾਰਾ ਰਿਮਾਈਂਡਰ ਕਰਨ ਵਾਸਤੇ, ਉਹਨੂੰ ਗੱਲ ਨੂੰ ਪ੍ਰੋਜੈਕਟ ਕਰਨ ਵਾਸਤੇ 10 ਤਰੀਕ ਨੂੰ ਆਪਾਂ ਇੱਥੇ ਪ੍ਰੋਟੈਸਟ ਕਰਨਾ ਹੈ, ਮੈਮੋਰੈਂਡਮ ਦੇਣਾ, ਉਹਦੇ ਵਾਸਤੇ ਵੀ ਆਪਾਂ ਤਿਆਰੀ ਕਰਨੀ ਆ। ਹੁਣ ਮੈਂ ਪ੍ਰੋਫੈਸਰ ਆਪਣੇ ਸਰਦਾਰ ਜਸਕਰਨ ਸਿੰਘ ਜੀ ਖਾਨ ਸਿੰਘ ਵਾਲਾ ਜੋ ਸਾਡੇ ਜਨਰਲ ਸਕੱਤਰ ਨੇ, ਆ ਪਾਰਟੀ ਸਭ ਤੋਂ ਸੀਨੀਅਰ ਨੇ, ਬਹੁਤ ਲੰਮੇ ਸਮੇਂ ਤੋਂ ਤਸ਼ੱਦਦ ਜ਼ੁਲਮ ਝੱਲਦੇ ਹੋਏ ਆਪਣਾ ਸਾਰਾ ਕਾਰੋਬਾਰ ਠੱਪ ਕਰਦੇ ਹੋਏ ਵੀ ਆਪਣੀਆਂ ਕੌਮੀ ਜ਼ਿੰਮੇਵਾਰੀਆਂ ਜਿਹੜੀਆਂ ਹੁਣ ਤੱਕ ਨਿਭਾਉਂਦੇ ਆ ਰਹੇ, ਇਹਨਾਂ ਦੀ ਅਸੀਂ ਬਹੁਤ ਇੱਜ਼ਤ ਵੀ ਕਰਦੇ ਹਾਂ, ਸੰਸਥਾ ਵੀ ਕਰਦੇ ਹਾਂ, ਕਿਉਂਕਿ ਇਹਨਾਂ ਨੇ ਆਪਣੇ ਘਰ-ਬਾਰ ਦੀ ਪਰਵਾਹ ਨਹੀਂ ਕੀਤੀ ਸਾਰਿਆਂ ਨੇ ਨਹੀਂ ਆਪਾਂ ਨੇ, ਪਰ ਇਹਨਾਂ ਨੇ ਮੈਂ ਕਿਉਂਕਿ ਇਹਨਾਂ ਨਾਲ ਵਿਚਰਦਾ ਰਿਹਾ ਸ਼ੁਰੂ ਤੋਂ ਲੈ ਕੇ। ਗੁਰਜੰਟ ਸਿੰਘ ਰਾਜਸਥਾਨੀ ਦੇ ਸਮੇਂ ਦੀ ਗੱਲ ਹੈ, ਕੋਈ ਉੱਥੇ APS ਗਿੱਲ DGP ਹੁੰਦਾ ਸੀ, ਚਿੜੀ ਨਹੀਂ ਸੀ ਫੜਕਦੀ, ਉਹਦੀ ਅਸੀਂ ਡੈੱਡ ਬੋਡੀ ਲੈਣੀ ਸੀ। ਮੰਡ ਸਾਹਿਬ, ਜਸਕਰਨ ਸਿੰਘ ਜੀ ਦਾਸ, ਅਸੀਂ ਤਿੰਨਾਂ ਨੇ ਜਾ ਕੇ ਡੈੱਡ ਬੋਡੀ ਲਈ ਤੇ ਉਹਦਾ ਸੰਸਕਾਰ ਕੀਤਾ। ਉਸ ਟਾਈਮ ਕੋਈ ਨਾਂ ਨਹੀਂ ਸੀ ਲੈ ਸਕਦਾ ਕਿਸੇ ਦਾ। ਹੁਣ ਉਹਨਾਂ ਦਿਨਾਂ ਤੋਂ ਕੰਮ ਕਰਦੇ ਆ, ਆਪ ਵੀ ਤਸੱਦ ਚੱਲਿਆ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਸਾਹਿਬ ਜਸਕਰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਕੌਮ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੱਲ ਮੁਸਲਮਾਨ ਕੌਮ ਤੇ ਇੱਕ ਸਾਜ਼ੀ ਸਾਜ਼ਿਸ਼ ਦੇ ਤਹਿਤ ਉਹ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਰ ਦੀ ਉਸਾਰੀ ਕਰਨ ਦਾ ਜਿਹੜਾ ਗੈਰ ਕਾਨੂੰਨੀ ਵਰਤਾਰਾ ਹੋ ਰਿਹਾ ਹੈ, ਉਸ ਸਬੰਧ ਦੇ ਵਿੱਚ ਸਮੁੱਚੀ ਪਾਰਟੀ, ਸਮੁੱਚੇ ਜ਼ਿਲ੍ਹਿਆਂ ਦੇ ਜਥੇਦਾਰ ਸਾਹਿਬਾਨ ਤੇ ਯੂਥ ਵਿੰਗ ਦੇ ਤੇ ਸਰਦਾਰ ਇਕਬਾਲ ਸਿੰਘ ਜੀ ਟਵਾਣਾ ਸਾਹਿਬ ਜੋ ਸਾਡੀ ਪਾਰਟੀ ਦੇ ਮੁੱਖ ਬੁਲਾਰੇ ਵੀ ਨੇ, ਤੇ ਮੀਡੀਆ ਸਲਾਹਕਾਰ ਨੇ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਨੇ, ਸਰਦਾਰ ਗੋਪਾਲ ਸਿੰਘ ਜੀ ਝਾੜੋਂ ਸਾਹਿਬ ਜੋ ਚੰਡੀਗੜ੍ਹ ਦੇ ਪ੍ਰਧਾਨ ਨੇ,
सरदार भागोवाल साहब, नारीके साहब, ये साडे जनरल सैकटरी ने, गुरजंट सिंह जी कट्टू, कहण तो भाव समुची टीम, सब तो पहला फतेह बुलाइए। वाहिगुरू जी का खालसा, वाहिगुरू जी की फतेह। मुसलमान कौम नूं अस्सलाम अलैकुम। अज आपां सारे एक सोच ਲਈ ਇਕੱਠੇ ਹੋਏ ਆ, एक दर्द ਲਈ ਇਕੱਠੇ ਹੋਏ ਆ। ਅੱਜ 85% ਕੁਰਬਾਨੀਆਂ ਕਰਕੇ, ਜਿਹਦੇ ਵਿੱਚ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ, ਮੁਸਲਮਾਨ ਕੌਮ ਨੇ ਵੀ ਕੁਰਬਾਨੀਆਂ ਕੀਤੀਆਂ। ਕਹਿਣ ਤੋਂ ਬਾਅਦ 85% ਤੁਸੀਂ ਕੁਰਬਾਨੀਆਂ ਕੀਤੀਆਂ, 3% ਕੁਰਬਾਨੀਆਂ ਕਰਨ ਵਾਲਾ ਮਨੂ ਸਿਮਰਤੀ 12% ਕਸ਼ਤਰੀ ਹੈ। ਉਹ ਜਿਹੜੇ ਜਦੋਂ ਜ਼ੁਲਮ ਆਪਣੇ ਤੇ ਕਰਦੇ ਆ ਤੇ ਇਕੱਠੇ ਹੋ ਜਾਂਦੇ ਆ, ਵੈਸੇ ਬ੍ਰਾਹਮਣ ਤੇ ਕਸ਼ਤਰੀ ਲਹਿਦਾ ਲਹਿਦਾ ਰਹਿੰਦੇ ਨੇ। ਉਸ ਤੋਂ ਬਾਅਦ ਅੱਜ 3% ਜਿਹੜੇ ਲੋਕ ਨੇ ਉਹ ਬ੍ਰਾਹਮਣਵਾਦੀ ਸੋਚ ਹੈ, RSS ਦੀ ਸੋਚ ਹੈ, ਬਜਰੰਗ ਦਲ ਦੀ ਸੋਚ ਹੈ, ਗੈਰ ਮਾਨਵਤਾਵਾਦੀ ਸੋਚ ਹੈ। ਜਿਹੜੀ ਸੋਚ ਨੇ ਸਭ ਤੋਂ ਪਹਿਲਾਂ, ਇਹ ਕੋਈ ਮਾੜੀ ਮੋਟੀ ਗੱਲ ਨਹੀਂ, ਪ੍ਰੋਫੈਸਰ ਸਾਹਿਬ ਨੇ ਦੱਸਿਆ, ਇੱਕ ਪਲਾਨ ਦੇ ਤਹਿਤ ਹੋ ਰਿਹਾ ਹੈ। ਸਭ ਤੋਂ ਪਹਿਲਾਂ 1947 ਦੇ ਵਿੱਚ ਸਿੱਖ ਕੌਮ ਨੂੰ ਆਪਣਾ ਘਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਨਹੀਂ ਮਿਲਿਆ। ਹਿੰਦੂ ਕੌਮ ਨੂੰ ਆਪਣਾ ਘਰ ਹਿੰਦੁਸਤਾਨ ਮਿਲ ਗਿਆ ਤੇ ਮੁਸਲਮਾਨ ਕੌਮ ਨੂੰ ਆਪਣਾ ਘਰ ਪਾਕਿਸਤਾਨ ਮਿਲ ਗਿਆ। ਉਸ ਵੇਲੇ RSS ਦੀ ਸੋਚ ਨੇ, ਇਹ ਬ੍ਰਾਹਮਣਵਾਦੀ ਸੋਚ ਨੇ ਤੁਹਾਡਾ ਘਰ ਹੀ ਨਹੀਂ ਬਣ ਦਿੱਤਾ, ਤੁਹਾਡਾ ਘਰ ਨਹੀਂ ਬਣ ਦਿੱਤਾ। ਜਦੋਂ ਫੇਰ ਵੀ ਉਸ ਵੇਲੇ ਸਿੱਖਾਂ ਨੇ ਰੌਲਾ ਪਾਇਆ ਕਿ ਆਜ਼ਾਦੀ ਆਊਗੀ, ਉਸ ਵੇਲੇ ਵੀ ਸਿੱਖ ਸੀ ਜਿਹੜੇ ਭੁਪਿੰਦਰ ਸਿੰਘ ਮਾਨ ਤੇ ਹੁਕਮ ਸਿੰਘ ਸਾਰੇ ਕਹਿੰਦੇ ਸੀ ਭਾਈ ਲਹਿਦਾ ਹੋ ਜਾਓ, ਪਰ ਫਿਰ ਵੀ ਉਦੋਂ ਕੁਝ ਸਿੱਖ ਮੰਨੇ ਨਾ ਕਿ ਅਸੀਂ ਹਿੰਦੂ ਵੀਰਾਂ ਦੇ ਨਾਲ ਰਹਿਣਾ। ਤੇ ਇਸ ਕਰਕੇ ਇਸ ਜ਼ੁਲਮ ਦੀ ਜਿਹੜੀ ਸਾਡੇ ਤੇ ਹੋਣਾ ਸੀ ਉਹਦਾ ਹਿੱਸਾ ਸੀ ਸਾਰੇ ਆਪ ਹੀ ਬਣ ਗਏ। ਉਸ ਤੋਂ ਬਾਅਦ ਕੀ ਹੋ ਗਿਆ, 15 ਅਗਸਤ ਤੋਂ 16 ਅਗਸਤ ਆ ਗਈ। 16 ਅਗਸਤ ਜਦੋਂ ਆ ਗਈ ਤੇ ਸਾਰੇ ਜਸ਼ਨ ਮਨਾ ਰਹੇ ਸੀ। 16 ਅਗਸਤ ਨੂੰ ਪਤਾ ਕੀ ਕਹਿ ਦਿੱਤਾ, ਸਿੱਖ ਕੌਮ ਇੱਕ ਜਰਾਮ ਪੈਸ਼ਾ ਕੌਮ ਹੈ, ਚੋਰਾਂ ਧਾੜਵੀਆਂ ਠੱਗਾਂ ਦੀ ਕੌਮ ਹੈ। ਕਿਹਨੇ ਕਿਹਾ? ਉਸ ਵੇਲੇ ਵੱਲਭ ਭਾਈ ਪਟੇਲ ਉਸ ਵੇਲੇ ਦਾ ਹੋਮ ਮਿਨਿਸਟਰ ਸੀ। ਇਹਦਾ ਮਤਲਬ ਕਾਂਗਰਸ ਦੇ ਵਿੱਚ RSS ਪਲ ਰਹੀ ਸੀ। ਜਿਹੜੀ RSS ਤੇ ਬਜਰੰਗ ਦਲ ਹੈ, ਪੰਥ ਵਿਰੋਧੀ ਸ਼ਕਤੀ ਹੈ, ਕਾਂਗਰਸ ਇਸ ਦੀ ਮਾਂ ਹੈ। ਇਸ ਕਰਕੇ ਤੁਸੀਂ ਕਦੇ ਸੋਚੋ ਉਸ ਤੋਂ ਬਾਅਦ ਕੀ ਹੋਇਆ, ਤੁਹਾਡੇ ਨਾਲ ਕੀ ਹੋ ਗਿਆ। ਤੁਹਾਡਾ ਆਨੰਦ ਮੈਰਿਜ ਐਕਟ ਖੋਲਿਆ, ਉਸ ਤੋਂ ਬਾਅਦ 66 ਦੇ ਵਿੱਚ ਪੰਜਾਬੀ ਸੂਬਾ ਖੋਲਿਆ। ਕਹਿਣ ਤੋਂ ਬਾਅਦ ਸਮੇਂ ਮੂਵਮੈਂਟਾਂ ਚੱਲਦੀਆਂ ਰਹੀਆਂ ਤੇ ਫਿਰ ਇਹ ਸੋਚ ਨੇ 1984 ਦੇ ਵਿੱਚ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤੱਕ ਢਾ ਦਿੱਤਾ। ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਦਿੱਤੀਆਂ, ਸਾਡੇ ਗਲਾਂ ਦੇ ਵਿੱਚ ਟਾਇਰ ਪਾ ਦਿੱਤੇ। ਉਦੋਂ ਕੌਣ ਇਕੱਠਾ ਸੀ? ਉਹ ਜੋ ਬਰਤਾਨੀਆ ਨਾਲ ਸੀ ਇਕੱਠਾ ਸੀਗਾ, ਸੋਵੀਅਤ ਰੂਸ ਇਕੱਠਾ ਸੀਗਾ, ਰਵੈਤੀ ਬਾਦਲ ਟੋੜਾ ਤਲਵੰਡੀ ਇਹ ਟੀਮ ਇਕੱਠੀ ਸੀਗੀ। ਤੇ ਫਿਰ ਉਸ ਵੇਲੇ ਕੌਣ ਸੀ ਇਕੱਠੇ? ਉਸ ਵੇਲੇ BJP ਤੇ RSS ਕਾਂਗਰਸ ਇਹ ਸਾਰੇ ਇਕੱਠੇ ਸੀਗੇ। ਕੋਈ ਬੋਲਿਆ? ਫਿਰ ਉਸ ਤੋਂ ਬਾਅਦ ਜਦੋਂ ਆਪਾਂ ਸਾਰੇ, ਜਦੋਂ ਬਾਬਰੀ ਮਸਜਿਦ ਦਾ VP ਸਿੰਘ ਪ੍ਰਾਈਮ ਮਿਨਿਸਟਰ ਬਣਿਆ ਸੀਗਾ, ਜਦੋਂ VP ਸਿੰਘ ਪ੍ਰਾਈਮ ਮਿਨਿਸਟਰ ਬਣਿਆ, ਉਸ ਤੋਂ ਬਾਅਦ ਜਦੋਂ ਨਰਸਿਮਹਾ ਰਾਓ VP ਸਿੰਘ ਪ੍ਰਾਈਮ ਮਿਨਿਸਟਰ ਬਣਿਆ, ਉਸ ਤੋਂ ਬਾਅਦ ਦਰਬਾਰਾ ਸਰਕਾਰ ਆ ਗਈ। ਸਰਕਾਰ ਕਿਹਦੀ ਆ ਗਈ? ਕਿਉਂਕਿ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਸੀਗਾ। ਪ੍ਰਧਾਨ ਮੰਤਰੀ ਦੇ ਵਿੱਚ ਪੰਜਾਬ 'ਚ ਚੋਣਾਂ ਸਾਡੇ ਸਮੇਂ ਤੇ ਨਾ ਹੋਈਆਂ ਤੇ ਪਹਿਲਾਂ ਤਾਂ ਸਾਡੇ ਨਾਲ ਧੱਕਾ ਕੀ ਕਰਤਾ, ਪੰਜਾਬ ਦੀਆਂ ਚੋਣਾਂ ਹੋ ਰਹੀਆਂ ਸੀ, ਤੁਸੀਂ ਸਾਰੇ ਲੜ ਰਹੇ ਸੀਗੇ। ਤੇ ਨਰਸਿਮਹਾ ਰਾਓ ਜਦੋਂ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਤੁਹਾਡੀਆਂ ਵੋਟਾਂ ਪੈਣ ਤੋਂ ਪਹਿਲਾਂ ਰੱਦ ਹੀ ਕਰ ਦਿੱਤੀਆਂ, ਜਦੋਂ ਕਿ ਪ੍ਰਧਾਨ ਮੰਤਰੀ ਤੇ ਉਹਨੇ ਸਹੁੰ ਹੀ ਨਹੀਂ ਚੱਕੀ ਸੀ। ਤੁਹਾਡੇ ਤੇ ਬਹੁਤ ਵੱਡਾ ਉਦੋਂ ਜ਼ੁਲਮ ਕੀਤਾ। ਤੇ ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਉਸ ਵੇਲੇ ਕੀ ਕੀਤਾ, ਜੇ ਕਲਿਆਣ ਸਿੰਘ ਮੁੱਖ ਮੰਤਰੀ ਸੀ ਤੇ ਫਿਰ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀਗਾ। ਉਸ ਵੇਲੇ ਦੋਨਾਂ ਨੇ ਰਲ ਕੇ, ਕੋਈ ਨਹੀਂ ਬੋਲਿਆ, ਤੇ ਬਾਬਰੀ ਮਸਜਿਦ ਰਲ ਕੇ ਢਾਈ ਉਸ ਵੇਲੇ, ਜਿਹਦੇ ਵਿੱਚ ਹਰਭਜਨ ਸਿੰਘ ਕਸ਼ਮੀਰੀ ਜੀ, ਬਟਲਾ ਸਾਹਿਬ, ਇਹ ਸਾਰੀ ਟੀਮ 10 ਉੱਥੇ ਅਸੀਂ ਗਏ। ਅਸੀਂ ਜਦੋਂ ਇੱਕ ਬਹੁਤ ਆਪਾਂ ਤਾਜ਼ੀਆਂ ਪੰਥਕ ਮੋਰਚੇ ਤੇ SGPC ਦੀਆਂ ਚੋਣਾਂ ਹਾਰ ਕੇ ਹਟੇ ਸੀਗੇ। ਦਿੱਲੀ ਦੇ ਵਿੱਚ ਜਦੋਂ ਅਸੀਂ ਗਏ, ਬਹੁਤ ਵੱਡਾ ਕਾਫਲਾ ਸੀ। ਜਦੋਂ ਮਾਨ ਸਾਹਿਬ ਕਾਫਲੇ ਦੀ ਅਗਵਾਈ ਕਰ ਰਹੇ ਸੀ, ਸਾਨੂੰ ਗਾਜ਼ੀਆਬਾਦ ਰੋਕ ਲਿਆ। ਜਦੋਂ ਗਾਜ਼ੀਆਬਾਦ ਰੋਕ ਲਿਆ, ਗਾਜ਼ੀਆਬਾਦ ਰੋਕ ਕੇ ਉੱਥੇ ਸਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਮਾਨ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਲਹਿਦਾ ਪੈ ਜਾਓ,
ਮਾਨ ਸਾਹਿਬ ਕਹਿੰਦਾ ਨਹੀਂ ਮੈਂ ਸੰਗਤ ਦੇ ਵਿੱਚ ਹੀ ਪੈਣਾ ਹੈ। ਉਹ ਜੇਲ੍ਹ ਦੀ ਬੈਰਕ ਦੇ ਵਿੱਚ ਭੁੰਜੇ ਮਾਨ ਸਾਹਿਬ ਪਏ ਤੇ ਕੁਝ ਬੰਦੇ ਡਰਦੇ ਉੱਥੋਂ ਭੱਜ ਗਏ। ਉਸ ਵੇਲੇ ਭੱਜ ਗਏ ਕਿ ਸਾਡੇ ਤੇ ਕੋਈ ਇਹੋ ਜਿਹਾ ਜਾਬਰ ਕਾਨੂੰਨ ਨਾ ਲੱਗ ਜਾਵੇ। ਤੇ ਫਿਰ ਸਾਨੂੰ ਉਸ ਵੇਲੇ ਇਹ ਜ਼ਬਰ ਦੇ ਖਿਲਾਫ ਬਹੁਤ ਵੱਡੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਬੁਲੰਦ ਕੀਤੀ। ਉਹ ਫੋਟੋ ਅੱਜ ਮੈਂ ਫੇਸਬੁੱਕ ਤੇ ਪਾਈ ਹੈ। ਅੱਜ ਫੇਸਬੁੱਕ ਤੇ ਆਪਣੇ ਪੇਜ ਤੇ ਜਿਹੜਾ ਉਹ ਪੁਲਿਸ ਦੇ ਨਾਲ ਮਾਨ ਸਾਹਿਬ ਆਰਗੂਮੈਂਟ ਕਰ ਰਹੇ ਨੇ, ਉਹ ਪੁਰਾਣੀ ਫੋਟੋ ਕਿਤੋਂ ਆਈ ਸੀ ਮੇਰੇ ਕੋਲੇ, ਅੱਜ ਮੈਂ ਉਹ ਪੇਜ ਤੇ ਪਾਈ ਹੈ। ਕਹਿਣ ਤੋਂ ਭਾਵ ਬਹੁਤ ਵੱਡਾ ਇਹ ਜ਼ੁਲਮ ਹੋਇਆ ਹੈ। ਉਸ ਕਰਕੇ ਜਦੋਂ ਸਾਡਾ ਪੁਰਾਣਾ ਤੋਂ ਫਿਰ ਅਕਾਲ ਤਖਤ ਦਿੱਤਾ, ਉਹਦੇ ਵਿੱਚ ਸਾਥ ਕਿਹਨੇ ਦਿੱਤਾ? ਫੌਜ ਨੇ ਦਿੱਤਾ। ਫੌਜ ਨੇ ਸਾਥ ਕਿਹਦਾ ਦਿੱਤਾ? ਬੀਜੇਪੀ ਆਰਐਸਐਸ ਦੇ ਪੰਥ ਵਿਰੋਧੀ ਸ਼ਕਤੀਆਂ ਦਾ। ਅੱਜ ਉਹੀ ਗੇਮ ਚੱਲ ਰਹੀ ਹੈ। ਅੱਜ ਸਾਥ ਕਿਹਨੇ ਦਿੱਤਾ? ਅੱਜ ਬਾਬਰੀ ਮਸਜਿਦ ਢਾਉਣ ਦਾ ਸਾਥ ਕਿਹਨੇ ਦਿੱਤਾ? ਜਿਹੜਾ ਫੌਜ ਨੇ ਰੋਲ ਅਦਾ ਕੀਤਾ ਸੀ, ਉਹ ਸੁਪਰੀਮ ਕੋਰਟ ਰੋਲ ਕਰ ਰਹੀ ਹੈ। ਅੱਜ ਸੁਪਰੀਮ ਕੋਰਟ ਫੌਜ ਵਾਲਾ ਰੋਲ ਕਰ ਰਹੀ ਹੈ। ਉਹਨੇ ਸਿੱਧੀਆਂ ਗੋਲੀਆਂ ਮਾਰੀਆਂ ਸੀ, ਇਹਨੇ ਕਾਨੂੰਨੀ ਤੌਰ ਤੇ ਗੋਲੀਆਂ ਮਾਰ ਕੇ ਇਹ ਜਿਹੜੀ ਬਾਬਰੀ ਮਸਜਿਦ ਢਾਉਣ ਤੇ ਲੱਗੇ ਹੋਏ ਹੈ। ਜਦੋਂ ਕਿ ਕਾਨੂੰਨ ਦੇ ਮੁਤਾਬਕ ਕੋਈ ਸੁਪਰੀਮ ਕੋਰਟ ਕੋਲੇ ਕੋਈ ਹੱਕ ਨਹੀਂ, ਕੋਈ ਮੰਦਿਰ ਢਵਾ ਦੇਵੇ, ਕੋਈ ਗਿਰਜਾ ਘਰ ਢਵਾ ਦੇਵੇ, ਕੋਈ ਮਸਜਿਦ ਢਵਾ ਦੇਵੇ, ਉਹਦੇ ਕੋਲੇ ਸੁਪਰੀਮ ਕੋਰਟ ਕੋਲੇ ਕੋਈ ਨਹੀਂ ਹੱਕ ਹੈ। ਜਦੋਂ ਸੰਵਿਧਾਨ ਦੀ ਧਾਰਾ 14, 19, 21 ਦੇ ਮੁਤਾਬਕ ਜਦੋਂ ਸਾਰੇ ਬਰਾਬਰ ਹੈ, ਮਸਜਿਦ ਵੀ ਬਰਾਬਰ ਹੈ, ਗੁਰੂ ਘਰ ਵੀ ਬਰਾਬਰ ਹੈ, ਗਿਰਜਾ ਘਰ ਵੀ ਬਰਾਬਰ ਹੈ ਤੇ ਮੰਦਿਰ ਵੀ ਬਰਾਬਰ ਹੈ। ਤੇ ਫਿਰ ਕੀ ਕੀਤਾ? ਗੈਰ ਕਾਨੂੰਨੀ ਵਰਤਾਰਾ ਕਰਤਾ। ਉਸ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸਾਹਿਬ ਨੇ ਉਦੋਂ ਰੱਦ ਕਰ ਦਿੱਤਾ ਸੀ ਕਿ ਸੁਪਰੀਮ ਕੋਰਟ ਦਾ ਅਸੀਂ ਅੱਜ ਹੁਕਮ ਨਹੀਂ ਮੰਨਦੇ। ਸਿੱਖ ਕੌਮ ਨਾ ਅੱਜ ਮੰਨਦੀ ਹੈ ਨਾ ਕੱਲ ਮੰਨੂਗੀ। ਅੱਜ ਭਾਈ ਕੱਲ ਨੂੰ 1984 ਚ ਸਿੱਖ ਕੌਮ ਲਈ ਬਲੈਕ ਡੇ ਸੀ, ਕਾਲਾ ਦਿਨ ਸੀਗਾ। ਤੇ ਜਿਹੜਾ ਕੱਲ ਨੂੰ 5 ਤਰੀਕ ਆ ਰਹੀ ਆ, ਇਹ ਮੁਸਲਮਾਨ ਕੌਮ ਲਈ ਕਾਲਾ ਦਿਨ ਹੈ। ਅੱਜ ਕਾਲਾ ਦਿਨ ਹੈ। ਉੱਥੇ ਜਿਹੜੀ ਬਾਬਰੀ ਮਸਜਿਦ ਢਾਉਣ ਨੂੰ ਉੱਥੇ ਸਾਰਾ ਜਿਹੜਾ ਛੜਯੰਤਰ ਰਚਾਇਆ ਇੱਕ ਪਲਾਨ ਦੇ ਤਹਿਤ। ਦੂਜੇ ਪਾਸੇ ਉੱਥੇ ਨਰਿੰਦਰ ਮੋਦੀ ਜਾ ਰਿਹਾ ਹੈ, ਕਿਉਂਕਿ ਕਾਨੂੰਨ ਦੇ ਮੁਤਾਬਕ ਪ੍ਰਧਾਨ ਮੰਤਰੀ ਉੱਥੇ ਜਾ ਹੀ ਨਹੀਂ ਸਕਦਾ। ਕਾਨੂੰਨ ਕੀ ਕਹਿੰਦਾ ਹੈ? ਜਦੋਂ ਕੋਈ ਪ੍ਰਧਾਨ ਮੰਤਰੀ ਸਹੁੰ ਚੱਕ ਲਵੇ, ਉਹ ਸਾਰਿਆਂ ਦਾ ਬਰਾਬਰ ਹੋ ਜਾਂਦਾ ਹੈ। ਉਹ ਸਾਰਿਆਂ ਦਾ ਬਰਾਬਰ ਹੋ ਜਾਂਦਾ ਹੈ। ਨਾ ਮੰਦਿਰ ਤੇ ਢਾਉਣ ਚ ਪੈਂਦਾ, ਨਾ ਮਸਜਿਦ ਦੇ ਢਾਉਣ ਚ ਪੈਂਦਾ, ਨਾ ਗੁਰੂ ਘਰ ਦੇ ਢਾਉਣ ਚ ਪੈਂਦਾ। ਇਸ ਕਰਕੇ ਮੋਦੀ ਵੀ ਗੈਰ ਕਾਨੂੰਨੀ ਇਹ ਜਿਹੜਾ ਕਾਰਾ ਕੱਲ ਨੂੰ ਜਾ ਕੇ ਆਰਐਸਐਸ ਦੇ ਬਜਰੰਗ ਦਲ ਦੇ ਥੱਲੇ ਲੱਗ ਕਰ ਰਿਹਾ ਹੈ। ਅੱਜ ਪੂਰੀ ਦੁਨੀਆ 'ਚ ਪਤਾ ਲੱਗ ਗਿਆ ਕਿ ਅੱਜ ਨਰਿੰਦਰ ਮੋਦੀ ਸਭ ਤੋਂ ਜਾਬਰ ਜਿਹੜਾ ਪ੍ਰਧਾਨ ਮੰਤਰੀ ਹੈ। ਇਹ ਜਿਹੜਾ ਹਿਟਲਰ ਨਾਲੋਂ ਕੋਈ ਮਾੜਾ ਕੰਮ, ਵੱਧ ਮਾੜਾ ਕੰਮ ਅੱਜ ਕਰ ਰਿਹਾ ਹੈ, ਕਾਨੂੰਨ ਦਾ ਆਸਰਾ ਲੈ ਕੇ। ਦੂਜੇ ਪਾਸੇ ਕਹਿੰਦੇ ਅਮਿਤ ਸ਼ਾਹ ਨੂੰ ਕਹਿੰਦੇ ਕਰੋਨਾ ਹੋ ਗਿਆ। ਕਰੋਨਾ ਕੋਈ ਨਹੀਂ ਹੋਇਆ ਗੁਰਮਖੋ। ਹੁਣ ਉਹ ਜਾਣ ਕੇ ਹੀ ਪਿਆ। ਉਹਨਾਂ ਨੇ ਇੱਕ ਬੰਦਾ ਰੱਖਿਆ ਹੋਇਆ, ਕੋਈ ਕਰੋਨਾ ਨਹੀਂ ਉਹਨੂੰ ਹੋਇਆ। ਕੱਲੇ ਅਮਿਤ ਸ਼ਾਹ ਨੂੰ ਕਰੋਨਾ ਹੋ ਗਿਆ, ਉਹਨੂੰ ਚੁੱਪ ਕਰਾਇਆ ਹੋਇਆ। ਉਹ ਬਾਬਰੀ ਮਸਜਿਦ ਦੇ ਮੋਦੀ ਅੱਗੇ ਲੱਗਿਆ ਹੋਇਆ। ਤੇ ਫਿਰ ਅਮਿਤ ਸ਼ਾਹ ਜਾਊਗਾ ਕਿ ਮੁਸਲਮਾਨ ਵੀਰੋ, ਉਹ ਮੈਂ ਤਾਂ ਨਹੀਂ ਗਿਆ, ਮੈਂ ਤਾਂ ਤੁਹਾਡੇ ਨਾਲ ਹੈ, ਮੈਂ ਉੱਥੇ ਉਦਘਾਟਨ ਦੇ ਵਿੱਚ ਨਹੀਂ ਗਿਆ। ਇੱਕ ਪਾਲਿਸੀ ਦੇ ਤਹਿਤ ਇੱਕ ਕੁੱਟਦਾ, ਇੱਕ ਚੁੱਪ ਕਰਾਉਂਦਾ, ਇੱਕ ਕੁੱਟਦਾ, ਇੱਕ ਚੁੱਪ ਕਰਾਉਂਦਾ। ਇਹ ਸਾਰਾ ਕੁਝ ਇੱਕ ਪਲਾਨ ਦੇ ਤਹਿਤ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹ ਬਹੁਤ ਵੱਡਾ ਇੱਕ ਕੱਲ ਨੂੰ ਕ੍ਰਾਈਮ ਹੋਣ ਜਾ ਰਿਹਾ ਹੈ। ਤੇ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜਾ ਕੇਸ ਹੈ, ਉਹ ਕਹਿੰਦੇ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਲੈ ਕੇ ਜਾਣ ਕਿ ਇੱਥੋਂ ਨਰਿੰਦਰ ਮੋਦੀ ਇੱਕ ਜਾਬਰ ਪ੍ਰਧਾਨ ਮੰਤਰੀ ਹੈ, ਜਿਹਨੇ ਬਾਬਰੀ ਮਸਜਿਦ ਕਾਨੂੰਨ ਦਾ ਆੜ ਲੈ ਕੇ ਉਹ ਢਵਾ ਕੇ ਮੁਸਲਮਾਨ ਕੌਮ ਦੀ ਨਸਲਕੁਸ਼ੀ ਕੀਤੀ ਹੋਈ ਹੈ। ਇਸ ਕਰਕੇ ਇਹ ਅੱਜ ਨਹੀਂ ਹੋ ਰਿਹਾ। ਅੱਜ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕਿਹਾ? ਕਹਿੰਦਾ ਪਹਿਲਾਂ 60,000 ਸਿੱਖ ਕਿਸਾਨਾਂ ਦਾ ਉਜਾੜਾ ਕਰਤਾ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਉਜਾੜਾ ਕੀਤਾ। ਇਹ ਵੀ ਇਸੇ ਪਾਲਿਸੀ ਦੇ ਤਹਿਤ ਹੈ। ਨਰਿੰਦਰ ਮੋਦੀ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਗੋਧਰਾ ਕਾਂਡ ਕਰਕੇ ਮੁਸਲਮਾਨ ਕੌਮ ਦੀ ਨਸਲਕੁਸ਼ੀ ਕੀਤੀ, ਉਹਨਾਂ ਦੀਆਂ ਬੀਬੀਆਂ ਦੀਆਂ ਵੀਡੀਓ ਬਣਾਈਆਂ। ਇਸੇ ਲੜੀ ਦੇ ਤਹਿਤ ਅਸਾਈਆਂ ਨੂੰ ਜਿੰਦਾ ਜਲਾ ਕੇ ਅਸਾਮ ਦੇ ਵਿੱਚ ਸਾੜਿਆ ਗਿਆ ਤੇ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਜਿੰਦਾ ਜਲਾ ਕੇ ਸਾੜ ਦਿੱਤਾ ਗਿਆ। ਉਸੇ ਲੜੀ ਦੇ ਤਹਿਤ ਜਿਹੜੀ CBI ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹ ਸਿੱਟ ਚੱਲ ਰਹੀ ਹੈ। ਉਹ ਬਾਦਲ ਤੇ ਦੇ ਕਹਿ ਕੇ CBI ਜਿਹੜੀ ਦਖਲਅੰਦਾਜ਼ੀ ਕਰ ਰਹੀ ਹੈ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਨਾ,
ਇਹਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਤੇ ਦੀ ਜੁੰਡਲੀ ਦਾ ਸਿਰਸੇ ਵਾਲੇ ਸਾਧ ਦਾ ਹੱਥ ਹੈ, ਉਹਦੇ ਪਿੱਛੇ RSS ਦਾ ਵੀ ਹੱਥ ਹੈ, ਬਜਰੰਗ ਦਲ ਦਾ ਵੀ ਹੱਥ ਹੈ। ਜੇ ਤੁਹਾਨੂੰ ਕਹਿ ਸਕਦੇ ਆ ਕਿ ਸਿੱਖ ਕੌਮ ਹਿੰਦੂ ਧਰਮ ਦਾ ਇੱਕ ਹਿੱਸਾ ਹੈ, ਜੇ ਤੁਹਾਡਾ ਦਰਬਾਰ ਸਾਹਿਬ ਢਵਾ ਸਕਦੇ ਆ ਤੇ ਫਿਰ ਤੁਹਾਡੀ ਇਹ ਬੇਅਦਬੀ ਦੇ ਵਿੱਚ ਵੀ ਹਿੱਸਾ ਪਾ ਸਕਦੇ ਆ। ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ 370 ਧਾਰਾ ਜਿਹੜੀ ਰੱਦ ਕਰ ਦਿੱਤੀ ਹੈ, 35 ਇਹ ਰੱਦ ਕਰ ਦਿੱਤੀ ਹੈ, ਮੁਸਲਮਾਨ ਤੇ ਕੌਮ ਤੇ ਜ਼ਬਰ ਕੀਤਾ ਹੈ। ਇਸੇ ਲੜੀ ਦੇ ਤਹਿਤ ਇਹ BJP RSS ਨੇ ਕਿਹਾ ਇਹ ਜਿਹੜਾ ਕਰੋਨਾ ਹੈ, ਕਦੇ ਤਾਂ ਕਹਿੰਦੇ ਜਿਹੜਾ ਕਰੋਨਾ ਇਹ ਕਿੱਥੋਂ ਆ ਗਿਆ ਜੀ, ਇਹ ਕਹਿੰਦੇ ਕਰੋਨਾ ਆ ਗਿਆ ਜੀ ਆਨੰਦਪੁਰ ਸਾਹਿਬ ਤੋਂ ਆ ਗਿਆ ਹੈ, ਕਦੇ ਕਰੋਨਾ ਤਬਲੀਗੀਆਂ ਚੋਂ ਆ ਗਿਆ ਹੈ, ਕਦੇ ਕਰੋਨਾ ਹਜੂਰ ਸਾਹਿਬ ਤੋਂ ਆ ਗਿਆ ਹੈ। ਇਸ ਕਰਕੇ ਇਹ ਤੁਹਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ, ਪਰ ਸਿੱਖ ਕੌਮ ਬਦਨਾਮ ਨਹੀਂ ਹੋਈ ਵਰਲਡ ਲੈਵਲ ਤੇ, ਇਹੀ ਬਦਨਾਮ ਹੋ ਗਿਆ ਕਿਉਂਕਿ ਸਿੱਖ ਕੌਮ ਸਾਰਿਆਂ ਦਾ ਭਲਾ ਚਾਹੁੰਦੀ ਹੈ। ਅੱਜ ਸਾਰਿਆਂ ਨੂੰ ਸਾਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਜ਼ਬਰ ਹੈ ਜਿਹੜਾ ਇਹ ਬੜੇ ਤਰੀਕੇ ਦੇ ਨਾਲ ਹੋ ਰਿਹਾ। ਦੂਜੇ ਪਾਸੇ ਅੱਜ ਜਿਹੜਾ ਪਹਿਲਾਂ ਤਾਂ ਕਹਿੰਦੇ ਆ ਕਿ ਸਾਡੀ ਮੁਸਲਮਾਨ ਕੌਮ ਨਾਲ ਦੁਸ਼ਮਣੀ ਹੈ, ਜਦੋਂ ਨਰਿੰਦਰ ਮੋਦੀ ਅਫਗਾਨਿਸਤਾਨ ਪਾਈਪਲਾਈਨ 'ਚ ਜਾਂਦਾ ਹੈ, ਪਾਈਪਲਾਈਨ ਦਾ ਉਦਘਾਟਨ ਕਰਕੇ ਆਉਂਦਾ, ਨਵਾਜ਼ ਸ਼ਰੀਫ ਦੇ ਘਰੇ ਆਉਂਦਾ, ਉੱਥੇ ਰੋਟੀ ਖਾਂਦਾ, ਸਾਗ ਨਾਲ ਰੋਟੀ ਖਾਂਦਾ, ਜੱਫੀਆਂ ਪਾਉਂਦਾ, ਤੇ ਫਿਰ ਜਦੋਂ ਬਾਰਡਰ ਪਾਰ ਆ ਕਹਿੰਦਾ ਮੇਰੀ ਮੁਸਲਮਾਨ ਕੌਮ ਨਾਲ ਲੱਗਦੀ ਹੈ, ਮੁਸਲਮਾਨ ਕੌਮ ਬਹੁਤ ਮਾੜੀ ਕੌਮ ਹੈ। ਇਸ ਕਰਕੇ ਇੱਕ ਪਾਸੇ ਜੱਫੀਆਂ ਪਾਉਣੀਆਂ, ਇੱਕ ਪਾਸੇ ਪੰਜਾਬ ਦੇ ਉੱਤੇ ਜ਼ਬਰ ਕਰਾਉਣ ਦੀਆਂ ਪਾਲਸੀਆਂ ਬਣਾਉਣੀਆਂ। ਦੂਜੇ ਪਾਸੇ ਨਰਿੰਦਰ ਮੋਦੀ ਕਹਿੰਦਾ ਜਿਹੜਾ ਚੀਨ ਦੇ ਨਾਲ ਮੈਂ ਲੜਾਈ ਲੜਨੀ ਹੈ, ਦੂਜੇ ਪਾਸੇ ਚੀਨ ਦਾ ਜਦੋਂ ਪ੍ਰਾਈਮ ਰਾਸ਼ਟਰਪਤੀ ਆਉਂਦਾ ਉਹਦੇ ਨਾਲ ਪਿੰਗਾ ਝੂਟਦਾ ਤੇ ਕਹਿੰਦਾ ਉਹ ਫਿਰ ਲਾਂਘੇ ਦੀ ਗੱਲ ਨਹੀਂ ਕਰਦਾ, ਕਰਤਾਰਪੁਰ ਦਾ ਲਾਂਘਾ ਦੇ ਦਿਓ, ਉਹ ਬਾਰਡਰ ਹਸੈਨੀ ਵਾਲਾ ਖੋਲਣ ਦੀ ਨਹੀਂ ਗੱਲ ਕਰਦਾ, ਉਹ ਸੁਲੇਮਾਨ ਕੀ ਬਾਰਡਰ ਖੋਲਣ ਦੀ ਗੱਲ ਨਹੀਂ ਕਰਦਾ, ਉਹ ਹਿੰਦੂ ਮਲ ਕੋਟ ਬਾਰਡਰ ਖੋਲਣ ਦੀ ਨਹੀਂ ਗੱਲ ਕਰਦਾ, ਉਹ ਨੂਪਗੜ੍ਹ ਬਾਰਡਰ ਖੋਲਣ ਦੀ ਨਹੀਂ ਗੱਲ ਕਰਦਾ, ਉਹ ਵਾਘਾ ਬਾਰਡਰ ਖੋਲਣ ਦੀ ਨਹੀਂ ਗੱਲ ਕਰਦਾ। ਉਹ ਪਤਾ ਕੀ ਕਹਿੰਦਾ ਕਿ ਇਹ ਮਾਨ ਸਰੋਵਰ ਦਾ ਮੈਨੂੰ ਰਸਤਾ ਦੇ ਦਿਓ, ਮਾਨ ਸਰੋਵਰ ਦਾ ਰਸਤਾ ਜੀ ਸਦਕੇ ਲਓ, ਪਰ ਸਿੱਖ ਕੌਮ ਦੇ ਲਈ ਉਹ ਕਿਉਂ ਨਹੀਂ ਕਰ ਰਿਹਾ, ਉਧਰ ਪਿੰਗਾ ਝੂਟ ਰਿਹਾ। ਅੱਜ 1900 ਜਿਹੜਾ ਚੀਨ ਦੇ ਵਿੱਚ ਜਿਹੜਾ ਜੰਗ ਦੇ ਮਾਹੌਲ ਛਾਏ ਹੈ, ਜੰਗ ਦੇ ਮਾਹੌਲ ਛਾਏ ਹੈ, ਇਹ ਜਿਹੜਾ ਇਲਾਕਾ ਸੀਗਾ ਇਹ ਸਿੱਖ ਕੌਮ ਦਾ ਇਲਾਕਾ ਸੀਗਾ, ਇਹ ਸਿੱਖ ਰਾਜ ਦਾ ਇਲਾਕਾ ਸੀਗਾ। ਸਭ ਤੋਂ ਪਹਿਲਾਂ ਇਸ ਇਲਾਕੇ ਨੂੰ 1965 ਦੀ ਜੰਗ ਦੇ ਵਿੱਚ ਇਹਨਾਂ ਨੇ ਹਰਾ ਦਿੱਤਾ ਹੈ। 39,000 ਸਿਕਿਉਰ ਵਰਗ ਕਿਲੋਮੀਟਰ ਇਹ ਜਿਹੜਾ ਇਲਾਕਾ ਹਰਾ ਦਿੱਤਾ ਹੈ, ਸਿੱਖ ਕੌਮ ਨੇ ਇਲਾਕਾ ਜਿੱਤ ਕੇ ਦਿੱਤਾ ਹੈ। ਤੇ ਫਿਰ ਹੁਣ 2020 ਚ ਨਰਿੰਦਰ ਮੋਦੀ ਨੇ ਇਹ ਜਿਹੜਾ ਇਲਾਕਾ ਹਰਾ ਦਿੱਤਾ, ਫੌਜਾਂ ਅੱਗੇ ਆ ਰਹੀਆਂ ਤੇ ਹੁਣ ਕਹਿੰਦੇ ਆ ਨਾਰੇ ਲਾਉਂਦੇ ਆ, ਕਹਿੰਦੇ ਕੋ ਦੇਸ਼ ਬਾਬਰ ਮੋਹੇ ਸ਼ੁਭ ਕਰਮਨ ਤੇ ਕਬੂ ਨਾ ਡਰੇ, ਬੋਲੇ ਸੋ ਨਿਹਾਲ। ਉਧਰ ਦਰਬਾਰ ਸਾਹਿਬ ਢਾਉਂਦੇ ਆ, ਗਲਾਂ 'ਚ ਟਾਇਰ ਪਾਉਂਦੇ ਆ, ਕਿਸਾਨਾਂ ਦਾ ਜਾੜਾ ਕਰਦੇ ਆ, ਉਧਰ ਕਹਿੰਦੇ ਬੋਲੇ ਸੋ ਨਿਹਾਲ, ਕਿਉਂਕਿ ਉਹ ਦੁਸ਼ਮਣ ਅੱਗੇ ਟਿਕ ਨਹੀਂ ਸਕਦੇਗੇ। ਇਸ ਕਰਕੇ ਪਾਰਟੀ ਦੀ ਪਾਲਿਸੀ ਆ ਨਾ ਸਾਡੀ। ਜਦੋਂ ਸ਼ਹੀਦ ਹੋਏ ਨਾ ਇਹਨਾਂ ਨੇ ਕੁੱਤਾ ਮਾਰ ਕੇ ਕਿੱਥੇ ਘੜੀਸਿਆ, ਅੰਮ੍ਰਿਤਸਰ ਦੇ ਵਿੱਚ ਘੜੀਸਿਆ, ਕਹਿੰਦਾ ਆਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮਾਰ ਦਿੱਤਾ ਹੈ, ਲੱਡੂ ਵੰਡੇ। ਤੇ ਫਿਰ ਪਾਕਿਸਤਾਨ ਨੇ ਸਾਡੇ ਨਾਲ ਅਫਸੋਸ ਕੀਤਾ, ਇਸ ਕਰਕੇ ਸਾਡਾ ਮਿੱਤਰ ਪਾਕਿਸਤਾਨ ਹੋਇਆ ਜਿਹਨੇ ਦਰਬਾਰ ਸਾਹਿਬ ਤੇ ਹਮਲੇ ਦੇ ਸਾਡੇ ਨਾਲ ਰਿਹਾ। ਤੇ ਚੀਨ ਸਾਡਾ ਕਿਉਂ ਮਿੱਤਰ ਹੈ? ਚੀਨ ਸਾਡਾ ਮਿੱਤਰ ਹੈ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਦੋਂ ਚੀਨ ਨੇ ਸਾਡੇ ਨਾਲ ਅਫਸੋਸ ਕੀਤਾ। ਚੀਨ ਸਾਡਾ ਮਿੱਤਰ ਕਿਉਂ ਹੈ ਕਿ ਮਾਨ ਸਾਹਿਬ ਨੇ ਚੀਨ ਦੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਵਾਜਪਾਈ ਕਹਿੰਦਾ ਮੇਰਾ ਇਲਾਕਾ ਦੇ ਦਿਓ, ਮਾਨ ਸਾਹਿਬ ਨੇ ਕਿਹਾ ਇਲਾਕਾ ਸਿੱਖ ਰਾਜ ਦਾ ਹੈ, ਤੇ ਚੀਨ ਦੇ ਪ੍ਰਾਈਮ ਮਿਨਿਸਟਰ ਨੇ, ਰਾਸ਼ਟਰਪਤੀ ਨੇ ਮਾਨ ਸਾਹਿਬ ਦੇ ਮੰਗ ਮੰਨ ਕੇ ਉਹਨੇ ਕਿਹਾ ਕਿ ਇਹ ਇਲਾਕਾ ਹਿੰਦੂ ਰਾਸ਼ਟਰ ਦਾ, ਇੰਡੀਆ ਦਾ ਨਹੀਂ ਹੈ। ਇਹ ਇਲਾਕਾ ਜਿਹੜਾ 39,000 ਸਿਕਿਉਰ ਕਿਲੋਮੀਟਰ ਹੈ, ਇਹ ਸਿੱਖ ਰਾਜ ਦਾ ਇਲਾਕਾ ਹੈ। ਜਦੋਂ ਸਿੱਖ ਮੇਰੇ ਨਾਲ ਗੱਲ ਕਰਨਗੇ ਇਹ ਮੈਂ ਇਲਾਕਾ ਸਿੱਖਾਂ ਨੂੰ ਦੇਵਾਂਗਾ। ਇਹ ਤੁਹਾਡੀ ਵੱਡੀ ਗੱਲ ਹੈ। ਇਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਕਿੱਡੀ ਸੋਚ ਹੈ। ਨਾ ਮਾਨ ਸਾਹਿਬ ਨੇ ਬੰਬ ਚਲਾਇਆ ਹੈ, ਨਾ ਮਾਨ ਸਾਹਿਬ ਨੇ ਕੋਈ ਤੋਪ ਚਲਾਈ ਹੈ, ਨਾ ਮਾਨ ਸਾਹਿਬ ਨੇ ਕੋਈ ਇਕੱਠ ਕਰਾਇਆ, ਨਾ ਧਰਨੇ ਲਵਾਏ, ਨਾ ਮਜਾਰੇ ਲਾਇਆ। ਉਹਨਾਂ ਨੇ ਇੱਕ ਸੋਚ ਦੇ ਨਾਲ ਆਪਣਾ ਤੁਹਾਡੀ ਗੱਲ ਪੂਰੇ ਵਰਲਡ ਦੇ ਵਿੱਚ ਕਰ ਦਿੱਤੀ ਹੈ। ਅੱਜ ਇੰਡੀਆ ਇਸ ਤਰੀਕੇ ਭੀਖ ਮੰਗਦਾ ਫਿਰਦਾ, ਉਹ ਕਹਿੰਦਾ ਨੋ ਯੂ ਗੋ ਬੈਕ, ਵਾਪਸ ਜਾ ਇੰਡੀਆ। ਇਸ ਕਰਕੇ ਕਿੱਡੀਆਂ ਵੱਡੀਆਂ ਗੱਲਾਂ ਤੇ ਮਾਨ ਸਾਹਿਬ ਨੇ ਇੱਕ ਪਾਲਿਸੀ ਦਿੱਤੀ, ਜਿਹੜੇ RSS ਦੇ ਬਜਰੰਗ ਦਲ ਦੇ ਜਿਹੜੇ ਬੰਦੇ ਪਤਾ ਕੀ ਕਹਿੰਦੇ ਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਭਸਮਾ ਸੁਰਦੈਂਤ ਹੈ,
ਤੇ ਉਹਦੇ ਬੁੱਤ ਬਣਾਉਂਦੇ ਆ ਤੇ ਫਿਰ KPS ਗਿੱਲ ਦਾ ਜਨਮ ਦਿਨ ਮਨਾਉਂਦੇ ਆ, ਜਨਰਲ ਵੈਦਿਆ ਦਾ ਜਨਮ ਦਿਨ ਮਨਾਉਂਦੇ ਆ। ਪਾਰਟੀ ਨੇ ਕਿਹਾ ਭਾਈ ਉਹ RSS ਵਾਲੇ ਵੀਰੋ ਹੁਣ ਬਾਰਡਰ ਤੇ ਜਾਓ, ਮੱਲ ਮਸੀ ਕਰਾਂਗੇ, ਪੱਟੀ ਕਰਾਂਗੇ। ਸਾਰੇ ਖੁੱਡਾਂ ਦੇ ਵਿੱਚ ਵੜ ਗਏ ਆ। ਇਸ ਕਰਕੇ ਸਾਡੀ ਲੜਾਈ ਨਾ ਕੌਮ ਜਿੰਦਾਬਾਦ ਹੈ, ਸਿੱਖ ਕੌਮ ਜਿੰਦਾਬਾਦ ਹੈ, ਤੇ ਫਿਰ ਪਾਕਿਸਤਾਨ ਵੀ ਜਿੰਦਾਬਾਦ ਹੈ, ਤੇ ਚੀਨ ਵੀ ਜਿੰਦਾਬਾਦ ਹੈ, ਤੇ ਸਮੁੱਚੀਆਂ ਕੱਟ ਗਿਣਤੀਆਂ ਵੀ ਜਿੰਦਾਬਾਦ। ਦੂਜੇ ਪਾਸੇ ਆਪ ਤੁਸੀਂ ਕਹਿਣੇ ਹੋ ਅੰਬੇਦਕਰ ਦੀ ਗੱਲ ਪ੍ਰੋਫੈਸਰ ਸਾਹਿਬ ਨੇ ਵੀ ਕੀਤੀ ਸੀ। ਅੰਬੇਦਕਰ ਜਿਹੜਾ ਸੀਗਾ ਇਹ 1947 ਚ ਸਰਕਾਰ ਬਣੀ, ਉਹ ਕਾਨੂੰਨ ਮੰਤਰੀ ਬਣੇ। 5 ਸਾਲ ਸਰਕਾਰ ਪਤਾ ਕਿਹੜੀ ਰਹੀ ਉਹਦੀ? ਨੋਮੀਨੇਟਡ ਸਰਕਾਰ ਬਣੀ। 52 ਤੱਕ ਜਦੋਂ 52 ਚ ਇਲੈਕਸ਼ਨ ਹੋਇਆ ਨਾ, ਅੰਬੇਦਕਰ ਜੀ ਬੰਬੇ ਤੋਂ ਖੜੇ ਹੋ ਗਏ। ਉੱਥੇ 45% ਜਿਹੜੀ ਵੋਟ ਸੀ ਨਾ ਉਹ ਦੱਬੇ ਕੁਚਲੇ ਲੋਕਾਂ ਦੀ ਸੀ। ਉਸ ਵੇਲੇ ਜਵਾਹਰ ਲਾਲ ਨਹਿਰੂ ਨੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ 25 ਲੱਖ ਰੁਪਇਆ ਦੇ ਕੇ ਆਜ਼ਾਦ ਉਮੀਦਵਾਰ ਖੜਤਾ ਅੰਬੇਦਕਰ ਦੇ। ਉਸ ਵੇਲੇ ਜਿਹੜਾ ਐਡਾ ਵੱਡਾ ਜਿਹੜਾ ਅੰਬੇਦਕਰ ਸੀ, ਜਿਹੜਾ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦਾ ਸੀ, ਗੁਰੂ ਨਾਨਕ ਦੀ ਫਿਲਾਸਫੀ ਤੇ ਚੱਲਦਾ ਸੀ, ਜਾਤ ਪਾਤ ਦਾ ਵਿਰੋਧੀ ਸੀਗਾ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਦਾ ਸੀ। ਭਾਵੇਂ ਸੰਵਿਧਾਨ ਉਹਦੇ ਵਿੱਚ ਲਿਖਿਆ ਸਿੱਖਾਂ ਨੂੰ ਸੰਵਿਧਾਨ ਦੀ ਧਾਰਾ 25 ਕਲੌਜ਼ 20 ਦੇ ਮੁਤਾਬਕ ਕੇਸਾ ਤੇਰੀ ਹਿੰਦੂ ਬਣਾ ਕੇ ਰੱਖ ਦਿੱਤਾ, ਪਰ ਫਿਰ ਵੀ ਉਸ ਬੰਦੇ ਨੂੰ 1952 ਦੇ ਵਿੱਚ ਚੋਣ 'ਚ ਹਰਾ ਦਿੱਤਾ। ਇਹ ਰਲ ਮਿਲ ਕੇ ਹਰਾਇਆ। ਇਸੇ ਪਾਲਿਸੀ ਦੇ ਤਹਿਤ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਕੱਠੇ ਆ ਕੇ, ਮਾਨ ਸਾਹਿਬ ਹਰਦਾ ਨਹੀਂਗਾ, ਇਹ EVM ਦੇ ਰਾਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਇੱਕ ਸੋਚ ਹਰਾਉਂਦੀ ਹੈ। ਜੇ ਅੰਬੇਦਕਰ ਹਾਰ ਸਕਦਾ ਹੈ, ਅੰਬੇਦਕਰ ਉਦੋਂ ਖਾਲਿਸਤਾਨ ਥੋੜੀ ਮੰਗਦਾ ਸੀ, ਮੰਗਦਾ ਹੀ ਨਹੀਂ ਸੀਗਾ। ਇਸ ਕਰ ਅੰਬੇਦਕਰ ਨੂੰ ਕਿਉਂ ਹਾਰਿਆ? ਕਿਉਂਕਿ ਉਹ ਇੱਕ ਸੋਚ ਦੀ ਗੱਲ ਕਰਦਾ ਸੀਗਾ, ਇੱਕ ਆਪਣੀ ਅਣਖ ਤੇ ਗੈਰਤ ਦੀ ਗੱਲ ਕਰਦਾ ਸੀ। ਜੇ ਅੰਬੇਦਕਰ ਹਾਰ ਸਕਦਾ, ਇਹ ਹਰਾ ਸਕਦੇ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾ ਤਾਂ ਸਕਦੇ ਆ, ਪਰ ਉਹਦੀ ਜ਼ਮੀਰ ਨੂੰ ਕੈਦ ਨਹੀਂ ਕਰ ਸਕਦੇ। ਜਿਹੜੇ ਉਹਨਾਂ ਨੇ ਸਾਨੂੰ ਖਾਲਿਸਤਾਨ ਕਹਿਣ ਦਾ, ਬੋਲਣ ਦਾ, ਸੁਣਨ ਦਾ ਹੱਕ ਦੇ ਦਿੱਤਾ, ਉਹ ਨਹੀਂ ਹਰਾ ਸਕਦੇ। ਦੂਜੇ ਪਾਸੇ ਆ ਜਿਹੜਾ RSS ਦਾ ਮੁਖੀ, ਆ ਜਿਹੜਾ ਭਾਗਵਤ ਅੱਜ ਕਹਿੰਦਾ ਕਿ ਮੈਂ ਜੇ ਮੈਨੂੰ ਫੌਜ ਕਵੇ ਤੇ ਮੈਨੂੰ ਇੰਡੀਆ ਕਵੇ ਤੇ ਮੈਂ ਲੜਾਈ ਲੜਨ ਨੂੰ ਤਿਆਰ ਹਾਂ। ਉਹ ਜਦੋਂ ਪਤਾ ਕੀ ਗੱਲ ਹੈ, ਜਦੋਂ ਭੀੜ ਪੈ ਜਾਏ ਉਦੋਂ ਭਾ ਨਹੀਂ ਪੁੱਛੀਦੇ ਹੁੰਦੇ, ਉਦੋਂ ਜਾਈਦਾ ਹੁੰਦਾ। ਇਸ ਕਰਕੇ ਇਹ ਅੱਜ ਸਾਰੇ ਖੁੱਡਾਂ 'ਚ ਬੜੇ ਪਏ ਆ। ਇਹ ਮੁਸਲਮਾਨ ਨੂੰ ਵੀ ਮਾਰਨਾ ਚਾਹੁੰਦੇ ਆ, ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦੇ ਆ। ਦੂਜੇ ਪਾਸੇ ਜਿਹੜਾ ਸਵਾਮੀ ਦਇਆਨੰਦ ਸੀ ਨਾ, ਉਹ ਬਹੁਤ ਮਾੜਾ ਬੰਦਾ ਸੀ, RSS ਦਾ ਬੰਦਾ ਸੀਗਾ। ਉਹਨੇ ਇੱਕ ਗ੍ਰੰਥ ਲਿਖਿਆ ਸਰਵਸਵਤੀ। ਸਰਵਸਵਤੀ ਗ੍ਰੰਥ ਦੇ ਵਿੱਚ ਪਤਾ ਕੀ ਲਿਖਿਆ? ਗੁਰੂ ਨਾਨਕ ਕੀ ਹੈ? ਅਨਪੜ੍ਹ, ਮੂਰਖ ਤੇ ਗਵਾਰ ਲਿਖਿਆ ਗੁਰੂ ਨਾਨਕ ਨੂੰ। ਬਾਬਾ ਜੀ ਨੂੰ ਉਹਨੇ ਲਿਖਿਆ ਉਹਦੇ ਗ੍ਰੰਥ ਦੇ ਵਿੱਚ। ਤੇ ਫਿਰ ਉਦੋਂ ਕੋਈ ਮਾਈ ਦਾ ਲਾਲ ਨਹੀਂ ਬੋਲਿਆ। ਤੇ ਫਿਰ ਕੌਣ ਬੋਲਿਆ? ਗਿਆਨੀ ਦਿੱਤ ਸਿੰਘ ਬੋਲਿਆ। ਉਹਨੇ ਡਿਬੇਟ ਕੀਤੀ ਆ, ਇੱਕ ਵਾਰੀ ਡਿਬੇਟ ਕੀਤੀ ਤੇ ਦਇਆਨੰਦ ਹਾਰ ਗਿਆ। ਦੂਜੀ ਡਿਬੇਟ ਕੀਤੀ, ਦਇਆਨੰਦ ਨੂੰ ਹਰਾ ਦਿੱਤਾ ਟੇਬਲ ਤੇ। ਤੀਜੀ ਡਿਬੇਟ ਕੀਤੀ, ਦਇਆਨੰਦ ਹਾਰ ਗਿਆ। ਫਿਰ ਕੌਮ ਜਿੱਤ ਗਈ ਹੈ। ਫਿਰ ਜਿਹੜਾ ਕੌਮ ਦਾ ਜਿੱਤਿਆ ਗਿਆਨੀ ਦਿੱਤ ਸਿੰਘ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗਿਆਨੀ ਦਿੱਤ ਸਿੰਘ ਦੇ ਨਾਂ ਤੇ ਨਾ ਕੋਈ ਕਾਲਜ ਬਣਾਇਆ ਹੈ, ਨਾ ਯੂਨੀਵਰਸਿਟੀ ਬਣਾਈ ਹੈ, ਨਾ ਕੋਈ ਚੇਅਰ ਬਣਾਈ ਹੈ। ਇਹ ਫਿਰ ਕੈਸੀਆਂ ਬਾਤਾਂ ਹੋ ਰਹੀਆਂ? ਕਹਿਣ ਤੋਂ ਬਾਅਦ RSS ਤੁਹਾਡੇ ਧਾਰਮਿਕ ਸਥਾਨਾਂ ਵਿੱਚ ਵੜ ਗਈ ਆ, ਜਿਹੜੀ ਕਿ ਸੋਚ ਨੂੰ ਅੱਗੇ ਆਉਣ ਨਹੀਂ ਦਿੰਦੇ। ਤੇ ਜਿਹੜਾ ਬੰਦਾ ਹਰਿਆ ਸੀ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਗਵਾਰ ਤੇ ਮੂਰਖ ਕਹਿੰਦਾ ਸੀਗਾ, ਉਹਦੇ ਨਾਂ ਤੇ ਦਇਆਨੰਦ ਕਾਲਜ ਬਣਿਆ ਪਿਆ ਤੇ ਉਹਦੇ ਨਾਂ ਤੇ ਬੜੀਆਂ ਵੱਡੀਆਂ ਸੰਸਥਾ ਬਣੀਆਂ ਪਈਆਂ, DAV ਕਾਲਜ ਬਣੇ ਪਏ ਆ। ਉਹ ਸੋਚੋ ਅੱਜ RSS ਬੜੀ ਪਈ ਹੈ। ICICI ਬੈਂਕ RSS ਦਾ ਬੈਂਕ ਹੈ, HDFC ਬੈਂਕ RSS ਦਾ ਬੈਂਕ ਹੈ, ਯੈਸ ਬੈਂਕ RSS ਦਾ ਬੈਂਕ ਹੈ, IDBI RSS ਦਾ ਬੈਂਕ ਹੈ, DBC RSS ਦਾ ਬੈਂਕ ਹੈ, DAV ਪਬਲਿਕ ਸਕੂਲ RSS ਦਾ ਸਕੂਲ ਹੈ, ਭਾਰਤੀ ਵਿਦਿਆ ਮੰਦਿਰ RSS ਦਾ ਸਕੂਲ ਹੈ, ਮਾਊਂਟ ਲਿਟਰਾ ਸੈਮੀ RSS ਸਕੂਲ ਹੈ, DAV RSS ਦਾ ਸਕੂਲ ਹੈ। ਕਹਿਣ ਤੋਂ ਭਾਵ ਇਹ ਸਾਰੇ RSS ਦੇ ਸਕੂਲ ਹੈ, ਜਿਨ੍ਹਾਂ ਦੀ ਗਿਣਤੀ 1948 ਹੋ ਚੁੱਕੀ ਹੈ। ਇਹ ਸਕੂਲਾਂ ਦੇ ਵਿੱਚ ਤੁਹਾਡੀ ਕੌਮ ਦੀ ਨਸਲ ਕੁਸ਼ੀ ਹੋ ਰਹੀ ਹੈ, ਤੁਹਾਡੀਆਂ ਬੀਬੀਆਂ ਦੀ ਨਸਲ ਕੁਸ਼ੀ ਹੋ ਰਹੀ ਹੈ। ਜਿਹੜਾ ਸਾਡਾ ਕੜਾ ਨਾ, ਕੜੇ 'ਚ ਮੋਰੀਆਂ ਕਰਾਈਆਂ ਜਾ ਰਹੀਆਂ, ਖੰਮਣੀਆਂ ਬਣਾਈਆਂ ਜਾ ਰਹੀਆਂ, ਤੁਹਾਡੇ 5 ਕਕਾਰਾਂ ਤੇ ਵਾਰ ਕੀਤਾ ਜਾ ਰਿਹਾ ਹੈ। ਜਿਹੜੀਆਂ ਸਾਡੀਆਂ ਧੀਆਂ ਭੈਣਾਂ ਬੀਬੀਆਂ ਸਕੂਲਾਂ 'ਚ ਪੜ੍ਹਦੀਆਂ, ਕਾਲਜਾਂ 'ਚ RSS ਦੇ ਬੰਦੇ ਗੁੰਦਿਆਂ ਨੂੰ ਛੱਡਿਆ ਕਿ ਸਿੱਖਾਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਓ। ਇਹ ਐਸੀਆਂ ਬਾਤਾਂ RSS ਕਰ ਰਹੀ ਹੈ। ਇਹਦੀ ਜੇ ਪੜਤਾਲ ਕੌਣ ਕਰਦਾ? ਤੇ ਇਹ ਅਕਾਲੀ ਦਲ ਅੰਮ੍ਰਿਤ ਕਰਦਾ। ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਤੇ ਇਹ ਜਿਹੜਾ ਹਿੰਦੂ ਰਾਸ਼ਟਰ ਹੈ,
ਜਿਹੜਾ ਇਹ ਮੰਦਿਰ ਬਣ ਜਾ ਰਿਹਾ ਹੈ, ਇਹਦਾ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ। ਅੱਜ ਇੱਕ ਇਤਿਹਾਸਕ ਦਿਨ ਹੈ। ਅੱਜ ਇਤਿਹਾਸਕ ਦਿਨ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਸਦਾ ਇਤਿਹਾਸ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, DIG ਦਾ ਉਹਦਾ ਛੱਡ ਕੇ ਇਤਿਹਾਸ ਸਿਰ ਦਿੱਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਮਨਾ ਕੇ ਇਤਿਹਾਸ ਸਿਰ ਦਿੱਤਾ। ਗੱਤਕਾ ਡੇ ਮਨਾ ਕੇ ਕੌਮ ਦਾ ਇਤਿਹਾਸ ਸਿਰ ਦਿੱਤਾ। 6 ਜੂਨ ਨੂੰ ਖਾਲਿਸਤਾਨ ਡੇ ਮਨਾ ਕੇ ਕੌਮ ਦਾ ਇਤਿਹਾਸ ਸਿਰ ਦਿੱਤਾ। ਬਾਬਰੀ ਮਸਜਿਦ ਦੇ ਲਈ ਗ੍ਰਿਫਤਾਰੀ ਦੇ ਕੇ ਇਤਿਹਾਸ ਸਿਰ ਦਿੱਤਾ। ਪਾਰਲੀਮੈਂਟ ਦੇ ਵਿੱਚ 72 ਵਾਰੀ ਬੋਲ ਕੇ ਵਨ ਪੈਨਸ਼ਨ ਵਨ ਰੈਂਕ ਤੇ ਪੰਜਾਬੀ ਮਾਂ ਬੋਲੀ ਤੇ ਆਜ਼ਾਦੀ ਤੇ ਖਾਲਿਸਤਾਨ ਤੇ ਸਾਰਿਆਂ ਤੇ ਬੋਲ ਕੇ ਆਜ਼ਾਦੀ ਤੇ ਆਪਣਾ ਇਤਿਹਾਸ ਸਿਰਦਾ। ਅੱਜ ਵੀ ਅਕਾਲੀ ਦਲ ਅੰਮ੍ਰਿਤਸਰ ਨੇ ਮੁਸਲਮਾਨ ਕੌਮ ਦੇ ਹੱਕ ਦੇ ਵਿੱਚ ਆਪਣਾ ਪੱਖ ਰੱਖ ਕੇ ਅੱਜ ਨਵਾਂ ਇਤਿਹਾਸ ਸਿਰਜਿਆ। ਇਸ ਕਰਕੇ ਮੋਦੀ ਦੀ ਇਹ ਪਾਲਿਸੀ ਨੂੰ ਰੱਦ ਕਰਦਾ ਹੈ ਤੇ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕਰਦਾ ਹੈ ਕਿ ਮੋਦੀ ਦਾ ਉੱਥੇ ਜਾਣਾ ਰੋਕਿਆ ਜਾਵੇ, ਨਹੀਂ ਤਾਂ ਤਾਨਾਸ਼ਾਹ ਹੋਊਗਾ ਤੇ ਪੂਰੀਆਂ ਘੱਟ ਗਿਣਤੀਆਂ ਦੇ ਜ਼ਬਰ ਹੋਊਗਾ। ਸੋ ਇਹਨਾਂ ਹੀ ਕਹਿੰਦਾ ਖਿਮਾ ਜਾਂ ਅਖੀਰ ਦੇ ਵਿੱਚ ਸਾਰੀ ਟੀਮ ਦਾ, ਟਵਾਣਾ ਸਾਹਿਬ ਦਾ ਪੂਰਾ ਜਿਹੜਾ ਦਫ਼ਤਰ ਹੈ, ਜਿਹੜਾ ਇਹ ਸਾਰਾ ਕੁਝ ਅੱਛਾ ਕੰਮ ਕੀਤਾ ਹੈ, ਇਹ ਸਾਰਾ ਅਮਰੀਕ ਸਿੰਘ ਨੰਗਲ ਹੈ, ਇਹ ਵੀ ਆਪਣੀ ਕੱਲ ਨੂੰ ਜ਼ਿੰਮੇਵਾਰੀ ਨਿਭਾਉਣ। ਸਾਰਿਆਂ ਦਾ, ਸਾਰੇ ਜਨਰਲ ਸੈਕਟਰੀ ਦਾ, ਸਾਰੀ ਟੀਮ ਦਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਕਰਮ ਸਿੰਘ ਜੀ ਨੇ ਬਹੁਤ ਡਿਟੇਲ ਵਿੱਚ ਸਾਰੇ ਵਖਰੇਵਿਆਂ, ਸਾਰੀਆਂ ਕੌਮਾਂ ਦੀਆਂ ਗੱਲਾਂ ਕਰਦੇ ਹੋਏ, ਸਾਰੇ ਇਤਿਹਾਸ ਦੇ ਵੇਰਵੇ ਦਿੰਦੇ ਹੋਏ, ਪ੍ਰਧਾਨ ਸਾਹਿਬ ਦੇ ਉਦਮਾਂ ਦੀ ਗੱਲ ਕਰਦੇ ਹੋਏ, ਪਾਰਟੀ ਦੇ ਉਦਮਾਂ ਦੀ ਗੱਲ ਕਰਦੇ ਹੋਏ ਆਪਣੀ ਜ਼ੁਬਾਨ ਕਰਾਇਆ ਹੈ। ਅਸੀਂ ਉਮੀਦ ਕਰਦੇ ਹਾਂ ਜਿੰਨੇ ਵੀ ਇੱਥੇ ਸੱਜਣ ਸਾਡੀ ਕੌਮ ਦੇ ਬੈਠੇ ਨੇ, ਮੁਸਲਮਾਨ ਕੌਮ ਦੇ ਬੈਠੇ ਨੇ ਜਾਂ ਹੋਰ ਕੌਮਾਂ ਦੇ ਬੈਠੇ ਨੇ, ਉਹ ਜਿੱਥੇ ਵੀ ਵਿਚਰਨ ਇਸ ਨੂੰ ਸੰਦੇਸ਼ ਨੂੰ ਗੁਰਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਭਾਰਤ ਸਰਕਾਰ ਬਹੁਤ ਵੱਡੇ ਦਾਅਵੇ ਕਰਦੀ ਹੈ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਨੇ ਭਾਈ ਤੇ ਉਹ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਪਰ ਅਜਿਹੇ ਵਿਤਕਰੇ ਹਮੇਸ਼ਾ ਸਾਹਮਣੇ ਆਉਂਦੇ ਨੇ ਜਿੱਥੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਦੇ ਹੱਕ ਮਾਰੇ ਜਾਂਦੇ ਨੇ, ਸੂਬੇ ਲੰਗੜੇ ਲੁੱਲੇ ਕਰਕੇ ਕੌਮ ਦੇ ਹਵਾਲੇ ਕਰ ਦਿੱਤੇ ਜਾਂਦੇ ਨੇ। ਤੇ ਜੇਕਰ ਕੋਈ ਆਪਣੇ ਹੱਕ ਦੀ ਆਵਾਜ਼ ਚੱਕਦਾ ਹੈ ਤਾਂ ਉਸ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਹੈ। ਜੰਮੂ ਕਸ਼ਮੀਰ ਦਾ ਜੋ ਹਾਲ ਹੋਇਆ ਉਹ ਵੀ ਤੁਹਾਡੇ ਸਾਹਮਣੇ ਹੈ ਤੇ ਅੱਜ ਪੰਜਾਬ ਦਾ ਜੋ ਹਾਲ ਹੈ ਉਹ ਵੀ ਤੁਹਾਡੇ ਸਾਹਮਣੇ ਹੈ। ਇਸ ਲਈ ਆਗਾਮੀ 2022 ਦੀਆਂ ਚੋਣਾਂ ਵਿੱਚ ਪੰਜਾਬ ਦੀ ਆਵਾਮ ਦਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਅਕਾਲੀ, ਭਾਜਪਾ ਤੇ ਕਾਂਗਰਸ ਨੂੰ ਦਰਕਿਨਾਰ ਕਰਦਿਆਂ ਹੋਇਆਂ ਕਿਸੇ ਵੀ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਕਰਵਾਈਏ ਤਾਂ ਜੋ ਪੰਜਾਬ ਦੀ ਨੁਹਾਰ ਬਦਲੀ ਜਾ ਸਕੇ, ਜਵਾਨੀ ਕਿਸਾਨੀ ਪੰਜਾਬ ਦੀ ਬਚਾਈ ਜਾ ਸਕੇ, ਪੰਜਾਬ ਦੇ ਪਾਣੀਆਂ ਦੇ ਹੱਕ ਲਿੱਤੇ ਜਾ ਸਕਣ ਤੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕੀਤਾ ਜਾ ਸਕੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।